कि यार मेरे 'ਚ ਇੱਦਾਂ ਦੀ ਕੀ ਕਮੀ ਹੈ। ਬਸ ਕਮੀ ਤਾਂ ਇੰਨੀ ਹੈ ਕਿ ਮੈਂ ਬੱਚੇ ਨਹੀਂ ਪੈਦਾ ਕਰ ਸਕਦਾ। ਸ਼ੁਰੂ ਦੇ ਦਿਨਾਂ 'ਚ ਜਦੋਂ ਤੁਸੀਂ ਉੱਥੇ ਗਏ, ਪਹਿਲੇ ਦਿਨਾਂ 'ਚ ਤੁਹਾਡੇ ਨਾਲ ਕਿੱਦਾਂ ਦਾ ਵਿਹਾਰ ਹੋਇਆ ਤੇ ਬਾਅਦ 'ਚੋਂ ਤੁਹਾਡੇ ਨਾਲ ਕਿੱਦਾਂ ਦਾ ਹੋਇਆ ਡੇਰੇ? ਹਾਲਾਤ ਜੀ ਅਗਰ ਮੇਰੇ ਕੋਲ ਫੋਟੋਆਂ ਹੁੰਦੀਆਂ ਖਿੱਚੀਆਂ ਤਾਂ ਮੈਂ ਤੁਹਾਨੂੰ ਦਿਖਾਉਂਦੀ, ਮਤਲਬ ਬਹੁਤ ਗੰਦੇ ਹਾਲਾਤ ਸੀ। ਜਦੋਂ ਜ਼ਬਰਦਸਤੀ ਤੁਹਾਨੂੰ ਲੈ ਗਏ ਤੇ ਕਿੰਨੀ ਯਾਦ ਆਈ ਘਰਦਿਆਂ ਦੀ? ਕੋਈ ਟ੍ਰੇਨ ਨਹੀਂ ਮੰਗੀ ਕਦੇ, ਕੋਈ ਬੱਸ ਨਹੀਂ ਮੰਗੀ ਕਦੇ, ਕੋਈ ਲਾਈਟ ਨਹੀਂ ਮੰਗੀ। ਮੈਂ ਹਮੇਸ਼ਾ ਡੇਰੇ 'ਚ ਹੀ ਰਹੀ ਹਾਂ ਔਰ ਵਧਾਈਆਂ ਹੀ ਲੈ ਕੇ ਆਉਂਦੀ ਰਹੀ ਹਾਂ। ਜਿਹੜਾ ਮੇਨ ਪੁਆਇੰਟ ਹੈ ਉਹ ਤਾਂ ਅਲੱਗ ਹੀ ਹੈ ਨਾ, ਉਹਨੂੰ ਤਾਂ ਸਵੀਕਾਰ ਕਰਨਾ ਹੀ ਪੈਣਾ ਹੈ। ਤੇ ਮੈਂ ਮੇਰੇ ਗੁਰੂ ਨੂੰ ਕਿਹਾ ਵੀ ਸੀਗਾ, ਤੁਸੀਂ ਕਹਿੰਦੇ ਸੀ ਨਾ ਕਿ ਤੂੰ ਕਿਹੜਾ ਪੜ੍ਹ ਲਿਖ ਕੇ ਜੱਜ ਬਣ ਜਾਣਾ, ਮੈਂ ਜੱਜ ਨਹੀਂ ਬਣੀ ਲੇਕਿਨ ਤੁਹਾਨੂੰ ਸੈਸ਼ਨ ਜੱਜ ਦੇ ਬਰਾਬਰ ਬਣਾਤਾ ਮੈਂ। ਐਮਏ ਕਰਨ ਤੋਂ ਬਾਅਦ ਫਿਰ ਤੁਸੀਂ ਕਿਹੜੀ ਪੜ੍ਹਾਈ ਕੀਤੀ ਤੇ ਕਿਵੇਂ ਤੁਸੀਂ ਨੈਸ਼ਨਲ ਲੋਕ ਅਦਾਲਤ ਜੱਜ ਪੈਨਲ ਦੇ ਮੈਂਬਰ ਬਣੇ? ਨਮਸਤੇ, ਆਦਾਬ, ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਅਰਸ਼ਦੀਪ ਸਮਰ ਤੇ ਤੁਹਾਡੇ ਸਾਹਮਣੇ ਲੈ ਕੇ ਆਇਆ ਤੁਹਾਡਾ ਖਾਸ ਪ੍ਰੋਗਰਾਮ ਸੱਚ ਦੇ ਰਾਜ਼। ਅੱਜ ਇਸ ਖਾਸ ਪ੍ਰੋਗਰਾਮ 'ਚ ਉਸ ਵਰਗ ਦੇ ਇਨਸਾਨ ਆਏ ਨੇ ਜਿਨ੍ਹਾਂ ਨੇ ਦੁਨੀਆ ਦੀ ਹਰ ਖੁਸ਼ੀ 'ਚ ਦੁਆਵਾਂ ਦਿੱਤੀਆਂ ਨੇ। ਬੇਸ਼ੱਕ ਉਹ ਸ਼ਾਦੀ ਦਾ ਮਾਹੌਲ ਹੋਵੇ ਜਾਂ ਫਿਰ ਬੱਚਾ ਪੈਦਾ ਹੋਣ ਦਾ, ਹਮੇਸ਼ਾ ਉਹਨਾਂ ਨੇ ਦੁਆਵਾਂ ਹੀ ਵੰਡੀਆਂ ਨੇ। ਪਰ ਸ਼ਾਇਦ ਉਹਨਾਂ ਨੂੰ ਕਦੀ ਦੁਆਵਾਂ ਮਿਲੀਆਂ ਨਾ ਹੋਣ। ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਬਚਪਨ ਤੋਂ ਹੀ ਇੰਨੀ ਮਿਹਨਤ ਕੀਤੀ ਹੈ ਤੇ ਅੱਜ ਉਹ ਨੈਸ਼ਨਲ ਲੋਕ ਅਦਾਲਤ ਜੱਜ ਪੈਨਲ ਦੇ ਮੈਂਬਰ ਵੀ ਨੇ ਅਤੇ ਪੰਜਾਬ ਦੇ ਪਹਿਲੇ ਮਹੰਤ ਮੈਂਬਰ ਨੇ ਜਿਨ੍ਹਾਂ ਨੇ ਇਹ ਇਤਿਹਾਸ ਵੀ ਰਚਿਆ ਹੈ। ਅਸੀਂ ਉਹਨਾਂ ਦਾ ਸਟੂਡੀਓ 'ਚ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਮਹੰਤ ਜੀ, ਅੱਜ ਤੁਹਾਡੇ ਨਾਲ ਅਸੀਂ ਨਿੱਜੀ ਜ਼ਿੰਦਗੀ ਤੋਂ ਲੈ ਕੇ ਤੁਹਾਡੇ ਨੈਸ਼ਨਲ ਲੋਕਪਾਲ ਜੱਜ ਮੈਂਬਰ ਬਣਨ ਤੱਕ ਦਾ ਸਫ਼ਰ, ਉਹਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਕਿਵੇਂ ਰਿਹਾ ਤੁਹਾਡਾ ਇਹ ਪੂਰਾ ਸਫ਼ਰ? ਸਫ਼ਰ ਤਾਂ ਜੀ ਬਹੁਤ ਲੰਬਾ ਹੈ। ਮੈਂ 13 ਸਾਲ ਦੀ ਸੀ ਜਦੋਂ ਮੈਂ ਆਪਣਾ ਮਾਂ ਪਿਓ ਛੱਡ ਚੁੱਕੀ ਸੀ ਅਤੇ ਮੈਂ ਕਿੰਨਰ ਕਮਿਊਨਿਟੀ ਦੇ ਵਿੱਚ ਆ ਗਈ ਸੀ। ਅਤੇ ਉਹਦੇ ਬਾਅਦ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਮੈਨੂੰ ਆਈਆਂ ਸੀ, ਪੜ੍ਹਾਈ ਕਰਨ ਬਾਰੇ, ਰਹਿਣ ਬਾਰੇ, ਦੁਨੀਆ 'ਚ ਵਿਚਰਨਾ ਸੀ ਅਤੇ ਆਪਣੇ ਆਪ ਨੂੰ ਇੰਨਾ ਨੌਲੇਜ ਵੀ ਨਹੀਂ ਸੀਗਾ। ਮੈਂ 6 ਸਟੈਂਡਰਡ ਤੱਕ ਪੜ੍ਹੀ ਹੋਈ ਹਾਂ ਰੈਗੂਲਰ, ਉਹ ਵੀ ਸਰਕਾਰੀ ਸਕੂਲ 'ਚ। ਅਤੇ ਹੁਣ ਮੇਰੀ ਕੁਆਲੀਫਿਕੇਸ਼ਨ ਹੈ ਜਿਹੜੀ MA ਪਬਲਿਕ ਐਡਮਿਨਿਸਟ੍ਰੇਸ਼ਨ 'ਚ ਕੀਤੀ ਹੈ ਮੈਂ। ਉਹਦੇ ਬਾਅਦ MSW ਕੀਤੀ, ਮਾਸਟਰ ਆਫ ਸੋਸ਼ਲ ਵਰਕਰ, ਅਤੇ ਹੁਣ ਮੇਰੀ ਡਾਕਟਰੇਟ ਚੱਲ ਰਹੀ ਹੈ। ਦੇਖੋ ਕਿੰਨਾ ਦਿਨਾਂ 'ਚ ਪੂਰੀ ਹੋ ਜਾਂਦੀ ਹੈ। ਬਾਕੀ ਮੁਸ਼ਕਿਲਾਂ ਤਾਂ ਹਰ ਇਨਸਾਨ ਦੀ ਲਾਈਫ ਵਿੱਚ ਆਉਂਦੀਆਂ ਰਹਿੰਦੀਆਂ, ਚਾਹੇ ਮੇਲ ਹੋ, ਫੀਮੇਲ ਹੋ ਜਾਂ ਟਰਾਂਸਜੈਂਡਰ ਹੋ, ਕੋਈ ਵੀ ਹੋ, ਮੁਸ਼ਕਿਲਾਂ ਤਾਂ ਆਉਂਦੀਆਂ ਹੀ ਆਉਂਦੀਆਂ। ਬਟ ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ 2014 ਤੋਂ ਪਹਿਲਾਂ ਟਰਾਂਸਜੈਂਡਰ ਦਾ ਕੋਈ ਵਜੂਦ ਨਹੀਂ ਸੀਗਾ। 2014 ਸੁਪਰੀਮ ਕੋਰਟ ਨੇ ਇੱਕ ਨਾਲਸਾ ਜੱਜਮੈਂਟ ਦਿੱਤਾ ਸੀ। ਉਹਦੇ ਵਿੱਚ ਟਰਾਂਸਜੈਂਡਰ ਨੂੰ ਕਈ ਚੀਜ਼ਾਂ ਸੀਗੀਆਂ ਜਿਹੜਾ ਉਹਨਾਂ ਦੇ ਲੋੜਮੰਦ ਸੀ ਅਤੇ ਉਹ ਉਹਨਾਂ ਨੂੰ ਕੰਮ ਦੇ ਬਾਰੇ ਅੱਗੇ ਕਾਫੀ ਨੌਲੇਜ ਦਿੱਤਾ। ਅਤੇ ਮੈਨੂੰ ਵੀ ਇਹ ਪੜ੍ਹਾਈ ਦੇ ਨਾਲ ਇਹੀ ਇੰਪਰੂਵਮੈਂਟ ਹੋਇਆ ਕਿ ਅਗਰ ਗੌਰਮੈਂਟ ਅਗਰ ਆਪਣਾ ਸਾਥ ਦੇ ਰਹੀ ਹੈ, ਸੁਪਰੀਮ ਕੋਰਟ ਆਪਾਂ ਨੂੰ ਕੁਛ ਦੇ ਰਹੀ ਹੈ ਅਤੇ ਆਪਾਂ ਵੀ ਅੱਗੇ ਕੁਛ ਕਰ ਸਕਦੇ ਹਾਂ। ਜਿਵੇਂ ਤੁਸੀਂ ਦੱਸਿਆ ਕਿ 13 ਸਾਲ ਤੋਂ ਤੁਸੀਂ ਆਪਣਾ ਪਰਿਵਾਰ ਛੋੜਤਾ, ਉਹ 13 ਸਾਲ ਜਿਹੜੇ ਬਚਪਨ ਦੇ ਹੁੰਦੇ ਹੈ ਅਤੇ ਮਾਂ ਪਿਓ ਨਾਲ ਜਦੋਂ ਬੰਦਾ ਰਹਿ ਕੇ ਵੱਡਾ ਹੁੰਦਾ, ਤੁਹਾਨੂੰ ਉਸ ਟਾਈਮ ਆਪਣੇ ਮਾਂ ਪਿਓ ਛੱਡਣੇ ਪਏ। ਉਸ ਟਾਈਮ ਤੁਹਾਡੀ ਜਿਹੜੀ ਮਾਨਸਿਕਤਾ ਸੀ ਕੀ ਸੀ ਉਸ ਸਮੇਂ? ਦੇਖੋ ਜੀ, 12-13 ਸਾਲ ਦੀ ਉਮਰ ਤੋਂ ਪਹਿਲਾਂ ਤਾਂ ਨਾ ਤਾਂ ਬੱਚੇ ਦਾ ਮੇਲ ਜਾਂ ਫੀਮੇਲ ਦਾ ਕੋਈ ਆਵਾਜ਼ ਦੇ ਵਿੱਚ ਵੀ ਕੋਈ ਡਿਫਰੈਂਸ ਨਹੀਂ ਹੁੰਦਾ, ਬੋਡੀ ਸਟਰਕਚਰ ਦੇ ਵਿੱਚ ਵੀ ਕੋਈ ਡਿਫਰੈਂਸ ਨਹੀਂ ਹੁੰਦਾ। ਜਦੋਂ ਆਪਾਂ 13-14 ਸਾਲ ਦੀ ਏਜ 'ਚ ਬੱਚਾ ਆਉਂਦਾ ਉਦੋਂ ਪਤਾ ਲੱਗਦਾ ਹੈ ਕਿ ਲੜਕੀ ਦੀ ਆਵਾਜ਼ ਥੋੜ੍ਹੀ ਬਾਰੀਕ ਹੋ ਗਈ ਹੈ, ਲੜਕੇ ਦੇ ਡੋਲੇ ਵਧਣ ਲੱਗ ਗਏ ਹੈ, ਮੁੰਡਾ ਜਵਾਨ ਹੋਣ ਲੱਗਿਆ, ਕੁੜੀ ਜਵਾਨ ਹੋਣ ਲੱਗੀ ਹੈ, ਜਿੱਦਾਂ ਕਿ ਆਪਣੇ ਸਮਾਜ 'ਚ ਚੱਲਦਾ ਰਿਹਾ। ਉੱਦਾਂ ਹੀ ਮੈਨੂੰ ਵੀ ਉਸ ਵੇਲੇ ਹੀ ਪਤਾ ਲੱਗਿਆ ਸੀਗਾ ਕਿ ਮੈਂ ਜਿਹੜੀਆਂ ਮੈਂ ਮੇਲ ਜਾਂ ਫੀਮੇਲ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਕਰ ਪਾ ਰਹੀ ਅਤੇ ਮੈਂ ਟਰਾਂਸਜੈਂਡਰ ਕਮਿਊਨਿਟੀ ਮੇਰੇ ਲਈ ਜ਼ਿਆਦਾ ਉਹ ਮੈਨੂੰ ਲੱਗਦਾ ਸੀ ਕਿ ਨੱਚਣਾ ਗਾਣਾ
ਤੇ ਇਹ ਵਾਲਾ ਕੰਮ ਕਰਨਾ ਥੋੜਾ ਮੈਨੂੰ ਚੰਗਾ ਲੱਗਦਾ ਸੀ, ਲੇਕਿਨ ਉਹ ਇੱਕ ਮੇਰਾ ਸੁਪਨਾ ਸੀਗਾ। ਕਿਉਂ ਬੱਚਾ ਸੀ, ਬੱਚੇ ਨੂੰ ਇੰਨਾ ਨੌਲੇਜ ਨਹੀਂ ਸੀਗਾ ਕਿ ਅੱਗੇ ਜਾ ਕੇ ਕੀ ਕਠਿਨਾਈਆਂ ਆ ਸਕਦੀਆਂ। ਤੇ ਬਾਕੀ ਮੈਂ 6th ਕਲਾਸ ਦੇ ਬਾਅਦ ਮੈਨੂੰ ਇੱਥੇ ਕਿੰਨਰ ਕਮਿਊਨਿਟੀ 'ਚ ਲੈ ਆਏ। 13 ਸਾਲ ਦੀ ਉਮਰ 'ਚ ਮਾਂ ਪਿਓ ਨੂੰ ਛੱਡਣਾ ਕਿੱਦਾਂ ਦਾ ਮਹਿਸੂਸ ਕਰ ਰਹੇ ਸੀ ਉਸ ਟਾਈਮ? ਬੜਾ ਔਖਾ ਮਹਿਸੂਸ ਕਰਦੇ ਹਾਂ ਜੀ। 13 ਸਾਲ ਦਾ ਬੱਚਾ ਅਗਰ ਘਰੋਂ ਮਾਂ ਪਿਓ ਤੋਂ ਇਲਾਵਾ ਅਗਰ ਉਹਨਾਂ ਲੋਕਾਂ ਦੇ ਵਿੱਚ ਵਿਚਰਦਾ ਹੈ ਜਿਨ੍ਹਾਂ ਲੋਕਾਂ ਨੇ ਉਹਨੂੰ ਕਦੇ ਦੇਖਿਆ ਨਹੀਂ ਹੋਇਆ। ਸਾਡੇ ਪਿੰਡ ਵੀ ਲੋਕੀ ਆਉਂਦੇ ਸੀ ਕਿੰਨਰ ਵਧਾਈ ਲੈਣ ਨੂੰ, ਤੇ ਅਸੀਂ ਛੋਟੇ ਛੋਟੇ ਹੁੰਦੇ ਸੀ, ਇਹਨਾਂ ਦੇ ਪਿੱਛੇ ਪਿੱਛੇ ਇਹਨਾਂ ਦਾ ਨਾਚ ਗਾਣਾ ਦੇਖਦੇ ਹੁੰਦੇ ਸੀ। ਈਵਨ ਕਿ ਇਹਨਾਂ ਤੋਂ ਸਾਨੂੰ ਡਰ ਵੀ ਲੱਗਦਾ ਹੁੰਦਾ ਸੀਗਾ। ਬਟ ਮੇਰੀ ਖੁਦ ਦੀ ਸਿਚੁਏਸ਼ਨ ਇਹ ਹੋ ਗਈ ਸੀ ਕਿ ਮੈਂ 13 ਸਾਲ ਦੀ ਉਮਰ ਦੇ ਵਿੱਚ ਮੈਨੂੰ ਇਸ ਕਮਿਊਨਿਟੀ ਦੇ ਨਾਲ ਕਮਿਊਨਿਟੀ ਪਰਸਨ ਬਣ ਕੇ ਰਹਿਣਾ ਪੈ ਰਿਹਾ ਸੀ। ਤੇ ਉਹ ਸਿਚੁਏਸ਼ਨ ਮੈਂ ਮਤਲਬ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ, ਕਿਉਂਕਿ ਉਹ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਸੀ ਜਿਹੜੀ ਮੈਂ ਉਹ ਪਾਰ ਕੀਤੀ ਸੀ। ਤੇ ਉਹ ਟਾਈਮ ਸੀ ਜਿਹੜਾ ਮੇਰਾ। ਕਿੰਨੇ ਦਿਨ ਤੁਸੀਂ ਕਹਿੰਦੇ ਹੋ ਕਿ ਤੁਸੀਂ ਸੁੱਤੇ ਨਹੀਂ, ਕਿੰਨੇ ਦਿਨ ਤੁਸੀਂ ਖਾਧਾ ਨਹੀਂ? ਮੈਂ ਘੱਟੋ ਘੱਟ ਦੇਖੋ ਜੀ, ਰੋਟੀ ਖਾਏ ਬਗੈਰ ਚੱਲਦਾ ਨਹੀਂ ਬੰਦੇ ਨੂੰ, ਚਾਹੇ ਕੁਛ ਵੀ ਹੋ ਜਾਵੇ ਰੋਟੀ ਤਾਂ ਖਾਣੀ ਪੈਂਦੀ। ਆਖਿਰ ਜੀਣਾ ਹੈ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ। ਬਾਕੀ ਬਹੁਤ ਦਿਨ ਤੱਕ ਮੇਰੇ ਮਾਈਂਡਲੀ ਸਟ੍ਰੈਸ, ਮੈਂ 20 ਸਾਲ ਦੀ ਹੋ ਗਈ ਸੀ ਨਾ ਉਦੋਂ, 13 ਸਾਲ ਤੋਂ ਲੈ ਕੇ 20 ਸਾਲ ਦੀ ਹੋ ਗਈ ਸੀ, ਉਦੋਂ ਤੱਕ ਮੇਰੇ ਮਾਈਂਡਲੀ ਸਟ੍ਰੈਸ ਇਹ ਰਹਿੰਦਾ ਸੀਗਾ ਕਿ ਤੇਰਾ ਬਣਿਆ ਕੀ। ਅੱਜ ਮੈਂ 57 ਈਅਰਸ ਓਲਡ ਹੂੰ, ਤੇ ਮੈਂ ਉਦੋਂ ਦੀ ਮੈਨੂੰ ਬੀਪੀ ਦੀ ਦਵਾਈ ਲੱਗੀ ਹੋਈ ਹੈ ਮਾਈਂਡਲੀ ਸਟ੍ਰੈਸ ਕਰਕੇ। ਮੇਰਾ ਬੀਪੀ ਇੰਨਾ ਵੱਧਦਾ ਸੀਗਾ, ਕਦੇ 240 280 240 280 ਇਹ ਬੀਪੀ ਰਹਿੰਦਾ ਹੁੰਦਾ ਸੀ। ਜਿਹੜੇ ਪਹਿਲੇ ਦਿਨ ਸੀ ਜਦੋਂ ਤੁਸੀਂ ਆਪਣੇ ਮਾਂ ਪਿਓ ਨੂੰ ਛੱਡ ਕੇ ਆਏ ਸੀ, ਉਹ ਪਹਿਲੇ ਦਿਨਾਂ ਦਾ ਦੱਸੋਗੇ ਕਿਵੇਂ ਰਹਿ ਰਹੇ ਸੀ ਤੁਸੀਂ ਉਹ ਪਹਿਲੇ ਦਿਨਾਂ 'ਚ? ਪਹਿਲੇ ਦਿਨਾਂ ਦਾ ਉਹ ਬੜਾ ਹੀ ਕਠਿਨ ਸਮੇਂ ਸੀਗਾ ਜੀ। ਰੋਣਾ ਕਰਲਾਣਾ, ਬੱਚੇ ਨੂੰ ਜ਼ਬਰਦਸਤੀ ਲੈ ਕੇ ਜਾਣਾ, ਮਤਲਬ ਤੁਹਾਨੂੰ ਉਹ ਜ਼ਬਰਦਸਤੀ, ਕਿਉਂਕਿ ਜਦੋਂ ਸਮਾਜ ਤੁਹਾਨੂੰ ਅਪਣਾ ਨਹੀਂ ਰਿਹਾ ਸੀਗਾ ਤੇ ਉਹ ਫਿਰ ਤੁਹਾਨੂੰ ਜ਼ਬਰਦਸਤੀ ਲੈ ਕੇ ਗਏ? ਜ਼ਬਰਦਸਤੀ ਲੈ ਕੇ ਗਏ ਸੀ ਜੀ। ਬਟ ਉਸ ਵੇਲੇ ਕੋਈ ਇੰਡੀਆ 'ਚ ਕਾਨੂੰਨ ਵੀ ਨਹੀਂ ਸੀਗਾ ਇੱਦਾਂ ਦਾ ਕਿ ਅਗਰ ਕੋਈ ਮਾਂ-ਬਾਪ ਆਪਣੇ ਬੱਚੇ ਨੂੰ ਰੱਖਣਾ ਚਾਹੇ ਤਾਂ ਰੱਖ ਸਕਦੇ। ਲੇਕਿਨ ਹੁਣ 2014 ਜਦੋਂ ਨਾਲਸਾ ਜੱਜਮੈਂਟ ਆਇਆ ਸੀ, ਉਹਦੇ ਵਿੱਚ ਸੁਪਰੀਮ ਕੋਰਟ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਅਗਰ ਮਾਂ-ਬਾਪ ਕੋਈ ਬੱਚਾ ਇੱਦਾਂ ਦਾ ਹੈ ਅਦਰ, ਤਾਂ ਉਹਨੂੰ ਆਪਣੇ ਕੋਲ ਰੱਖ ਸਕਦੇ, ਉਹਨੂੰ ਪੜ੍ਹਾ ਲਿਖਾ ਸਕਦੇ, ਉਹਨੂੰ ਫਿਰ ਪੈਰਾਂ 'ਤੇ ਖੜਾ ਕਰ ਸਕਦੇ। ਜਦੋਂ ਜ਼ਬਰਦਸਤੀ ਤੁਹਾਨੂੰ ਲੈ ਗਏ ਤੇ ਕਿੰਨੀ ਯਾਦ ਆਈ ਘਰਦਿਆਂ ਦੀ? ਕੀ ਹਾਲਾਤ ਸੀ ਤੁਹਾਡੇ ਉਹ ਪਹਿਲੇ ਦਿਨਾਂ ਦੇ? ਹਾਲਾਤ ਜੀ, ਅਗਰ ਮੇਰੇ ਕੋਲ ਫੋਟੋਆਂ ਹੁੰਦੀਆਂ ਖਿੱਚੀਆਂ ਤਾਂ ਮੈਂ ਤੁਹਾਨੂੰ ਦਿਖਾਉਂਦੀ। ਮਤਲਬ ਬਹੁਤ ਗੰਦੇ ਹਾਲਾਤ ਸੀ ਤੇ ਬਹੁਤ ਹੀ ਬਿਹਤਰ ਹਾਲਾਤ ਸੀਗੇ ਕਿ ਜਿੱਦਾਂ ਕਿ ਜਾਨਵਰ ਨੂੰ ਜਾਨਵਰ ਦੇ ਨਾਲੋਂ ਆਪਾਂ ਦੂਰ ਕਰਦੇ ਹਾਂ ਬੱਚੇ ਨੂੰ, ਤਾਂ ਉਹ ਜਾਨਵਰ ਦਾ ਕਿੰਨਾ ਬੁਰਾ ਹਾਲ ਹੋ ਜਾਂਦਾ। ਤੇ ਅਗਰ ਅਸਕਰ ਆਪਾਂ ਤਾਂ ਇਨਸਾਨ ਸੀ ਨਾ, ਇਨਸਾਨ ਨੂੰ ਅਗਰ ਦੂਰ ਕਰਦੇ ਹਾਂ ਤਾਂ ਬਹੁਤ ਉਹ ਦ੍ਰਿਸ਼ਯ ਅਗਰ ਮੈਂ ਅੱਜ ਵੀ ਯਾਦ ਕਰਦੀ ਹਾਂ ਤਾਂ ਮੇਰੇ ਰੋਕਾਂਟੇ ਖੜੇ ਹੋ ਜਾਂਦੇ ਆ। ਬਹੁਤ ਹੀ ਮੁਸ਼ਕਿਲ ਦੌਰ ਸੀਗਾ ਜਿਹੜਾ ਮੈਂ, ਇੱਕ ਅੱਗ ਦਾ ਦਰਿਆ ਸੀ ਜਿਹੜਾ ਮੈਂ ਲੰਘ ਕੇ ਆਈ ਸੀ। ਮਾਂ ਪਿਓ ਨੂੰ ਜਦੋਂ ਛੱਡਿਆ ਹਾਂਜੀ, ਉਸ ਵੇਲੇ ਬਹੁਤ ਉਹ ਹੋਇਆ ਸੀਗਾ। ਤੇ ਸਭ ਤੋਂ ਵੱਡੀ ਗੱਲ ਇਹ ਸੀ ਨਾ ਕਿ ਦੇਖੋ ਬੰਦਾ ਚਾਹੇ ਕਿੱਥੇ ਵੀ ਜਾਵੇ, ਅਗਰ ਅੱਗੇ ਜਿੱਥੇ ਜੰਨਾਂ ਕੋਲ ਜਾ ਰਿਹਾ, ਅਗਰ ਉਹ ਪਰਸਨ ਉਹਨੂੰ ਜਾਣਦੇ ਹੋਵੇ ਜਾਂ ਬੱਚਾ ਉਹਨਾਂ ਨੂੰ ਜਾਣਦਾ ਹੋਵੇ ਤਾਂ ਥੋੜਾ ਉਹ ਮਾਮਲਾ ਥੋੜਾ ਸੈੱਟ ਹੋ ਜਾਂਦਾ ਹੈ। ਲੇਕਿਨ ਆਪਾਂ ਬਿਨਾਂ ਅਣਜਾਣੇ, ਬਿਨਾਂ ਪਛਾਣੇ ਲੋਕਾਂ ਦੇ ਵਿੱਚ ਉਹੀ ਕਮਿਊਨਿਟੀ ਦੇ ਵਿੱਚ ਜਾ ਕੇ ਰਹਿਣਾ ਕਿੰਨਾ ਮੁਸ਼ਕਿਲ ਲੱਗਦਾ ਹੈ ਬੱਚੇ ਨੂੰ। ਨਾ ਤਾਂ ਉੱਥੇ ਕੋਈ ਆਪਣੇ ਉਹ ਇੱਦਾਂ ਦਾ ਹੁੰਦਾ, ਨਾ ਉਹਨੂੰ ਕੋਈ ਪੁੱਛ ਸਕਦਾ ਹੈ, ਨਾ ਉਹ ਬੋਲ ਸਕਦਾ ਕਿਸੇ ਨਾਲ, ਨਾ ਉਹਨੂੰ ਉਸ ਦੇ ਘਰ ਦਾ ਮਾਹੌਲ ਦਾ ਪਤਾ ਹੁੰਦਾ ਹੈ, ਨਾ ਕਰਦੇ ਕੋਈ ਰੀਤੀ ਰਿਵਾਜ ਦਾ, ਕਲਚਰ ਦਾ ਪਤਾ ਹੁੰਦਾ ਹੈ। ਬਟ ਹਰ ਚੀਜ਼ ਨੂੰ ਢਾਲਣਾ ਆਪਣੇ ਆਪ 'ਚ ਇੱਕ ਬੜਾ ਹੀ ਮੁਸ਼ਕਿਲ ਸਮੇਂ ਸੀਗਾ ਜਿਹੜਾ ਰੱਬ ਦੀ ਦੁਆ ਨਾਲ ਪਾਰ ਹੋ ਗਿਆ ਹੁਣ ਤਾਂ। ਕਿੱਦਾਂ ਦਾ ਡੇਰੇ 'ਚ ਤੁਹਾਡੇ ਨਾਲ ਵਿਹਾਰ ਹੁੰਦਾ ਸੀਗਾ ਜਦੋਂ ਤੁਸੀਂ ਸ਼ੁਰੂ ਦੇ ਦਿਨਾਂ 'ਚ ਜਦੋਂ ਤੁਸੀਂ ਉੱਥੇ ਗਏ? ਪਹਿਲੇ ਦਿਨਾਂ 'ਚ ਤੁਹਾਡੇ ਨਾਲ ਕਿੱਦਾਂ ਦਾ ਵਿਹਾਰ ਹੋਇਆ ਤੇ ਬਾਅਦ 'ਚੋਂ ਤੁਹਾਡੇ ਨਾਲ ਕਿੱਦਾਂ ਦਾ ਹੋਇਆ ਡੇਰੇ? ਦੇਖੋ ਜੀ, ਪਹਿਲਾਂ ਜਦੋਂ ਸ਼ੁਰੂ 'ਚ ਮੈਂ ਗਈ ਉੱਥੇ ਤਾਂ ਉਦੋਂ ਤਾਂ 2-3 ਮਹੀਨੇ ਤਾਂ ਕਾਫੀ ਚੰਗਾ ਵਿਵਹਾਰ ਕੀਤਾ ਗਿਆ ਸੀ। ਸਭ ਨੂੰ ਪਤਾ ਸੀ ਕਿ ਬੱਚਾ ਜਵਾਨ ਹੋਏਗਾ ਤਾਂ ਕੁਛ ਨਾ ਕੁਛ ਸਾਡੇ ਲਈ ਕਰੇਗਾ। ਲੇਕਿਨ ਬਾਅਦ ਦੇ ਵਿੱਚ ਜਿਹੜੇ ਸਾਡੀ ਪਰੰਪਰਾ ਹੈਗੀ ਚੇਲਾ ਨਾਤੀ ਵਾਲੀ, ਗੁਰੂ ਚੇਲਾ ਨਾਤੀ ਵਾਲੀ, ਇਹ ਪਰੰਪਰਾ ਦੇ ਦੌਰਾਨ ਬੰਦੇ ਨੂੰ ਬੰਨ੍ਹ ਕੇ ਛੱਡ ਦੇਈਦਾ ਹੈ। ਤੇ ਇਹ ਪਰੰਪਰਾ ਦੇ ਦੌਰਾਨ ਹੀ ਪਤਾ ਲੱਗ ਜਾਂਦਾ ਹੈ ਕਿ ਇਹਨੇ ਹੁਣ ਸਾਡੇ ਕੋਲੋਂ ਕਿਤੇ ਜਾਣਾ ਤਾਂ ਹੈ ਨਹੀਂ, ਇਹਨੇ ਇੱਥੇ ਹੀ ਰਹਿਣਾ ਹੈ। ਤੇ ਫਿਰ ਉਹ ਜਿਵੇਂ ਕਿ ਸੱਸ ਬਹੂ ਦੇ ਝਗੜੇ ਹੋ ਗਏ, ਦਰਾਣੀ ਜਠਾਣੀ ਦੇ ਝਗੜੇ ਹੋ ਗਏ।
ਤੁਸੀਂ ਜਦੋਂ 13 ਸਾਲ ਦੇ ਸੀਗੇ 2-3 ਮਹੀਨੇ ਬਾਅਦ ਕਿੱਦਾਂ ਦਾ ਵਿਆਹ ਸ਼ੁਰੂ ਹੋ ਗਿਆ ਸੀ ਤੁਹਾਡੇ ਨਾਲ ਫਿਰ? ਉਦੋਂ ਜੀ ਥੋੜਾ ਕੰਮ ਨੂੰ ਲੈ ਕੇ ਸਟ੍ਰੈਸ ਹੋ ਗਿਆ ਸੀ, ਕੰਮ ਜ਼ਿਆਦਾ ਕਰਵਾਉਂਦੇ ਸੀ। ਕਿੱਦਾਂ ਦਾ ਕੰਮ ਕਰਾਉਂਦੇ ਸੀ ਤੁਹਾਡੇ ਤੋਂ? ਇਹੀ ਨੱਚਣਾ ਗਾਣਾ, ਸਾਰਾ ਦਿਨ ਨੱਚੋ ਗਾਓ। ਚੰਗਾ ਪਰਸੋਂ- ਲੱਗਦਾ ਸੀ ਨੱਚਣਾ ਗਾਣਾ? ਦੇਖੋ ਕਈ ਦਿਨ ਤਾਂ ਚੰਗਾ ਲੱਗਦਾ ਸੀ, ਲੇਕਿਨ ਬਾਅਦ ਚ ਨਹੀਂ ਚੰਗਾ ਲੱਗਿਆ। ਬਾਅਦ ਚ ਤਾਂ ਐਂ ਲੱਗਦਾ ਹੁੰਦਾ ਸੀ ਕਿ ਨਹੀਂ, ਇਹ ਆਪਣੀ ਲਾਈਫ ਨਹੀਂ ਹੈ ਤੇ ਆਪਾਂ ਇਹਦੇ ਵਿੱਚ ਜ਼ਿੰਦਗੀ ਨਹੀਂ ਕੱਢ ਸਕਦੇ, ਆਪਾਂ ਨੂੰ ਕੁਛ ਨਾ ਕੁਛ ਆਦਰ ਕਰਨਾ ਪਏਗਾ। ਪਹਿਲੀ ਵਾਰ ਜਦੋਂ ਤੁਸੀਂ ਨੱਚ ਗਾ ਰਹੇ ਸੀ ਤੇ ਨੱਚਦੇ ਗਾਉਂਦੇ ਜਦੋਂ ਤੁਸੀਂ ਕਿਸੇ ਤੋਂ ਮੰਗਣਾ ਕੁਛ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਸੀ? ਦੇਖੋ ਜੀ, ਸ਼ੁਰੂ ਤੋਂ ਮੈਂ ਜਦ ਛੋਟੀ ਸੀ ਤੇ ਮੈਂ ਉਦੋਂ ਮੇਰਾ ਇੱਕੋ ਹੀ ਸੁਪਨਾ ਸੀਗਾ ਕਿ ਮੈਂ ਪੜ੍ਹ ਲਿਖ ਕੇ ਡਾਕਟਰ ਬਣੂੰਗੀ। ਬਟ ਇਹ ਤਾਂ ਕਿਸਮਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀਗਾ ਕਿ ਮੈਂ ਡਾਕਟਰ ਕਿਵੇਂ ਬਣਾ। ਕਿਉਂ ਨਾ ਹੀ ਤਾਂ ਕਿਸਮਤ ਨੂੰ ਮਨਜ਼ੂਰ ਸੀ ਤੇ ਰੱਬ ਵੀ ਨਹੀਂ ਚਾਹੁੰਦਾ ਸੀ ਕਿ ਮੇਰੀ ਕਿਸਮਤ ਹੀ ਇਦਾਂ ਦੀ ਸੀ ਤੇ ਮਾਂ ਪਿਓ ਤਾਂ ਕਰ ਵੀ ਕੀ ਸਕਦੇ ਸੀ, ਕੁਝ ਨਹੀਂ ਕਰ ਸਕਦੇ ਸੀ। ਲੇਕਿਨ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ। ਬਹੁਤ ਸਾਲਾਂ ਤੱਕ ਮੈਂ ਗੁੱਟ ਕੇ ਜ਼ਿੰਦਗੀ ਜਦੋਂ ਜੀਤੀ। ਤੁਸੀਂ ਪਹਿਲੀ ਵਾਰ ਨੱਚ ਗਾ ਕੇ ਮੰਗਿਆ ਉਦੋਂ ਤੁਹਾਡੀ ਕੀ ਹਾਲਾਤ ਸੀ? ਮੇਰਾ ਮੰਗਣ ਕੇ ਖਾਣਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਮੈਂ ਕਦੇ ਕੋਈ ਟ੍ਰੇਨ ਨਹੀਂ ਮੰਗੀ, ਕਦੇ ਕੋਈ ਬੱਸ ਨਹੀਂ ਮੰਗੀ, ਕਦੇ ਕੋਈ ਲਾਈਟ ਨਹੀਂ ਮੰਗੀ। ਮੈਂ ਹਮੇਸ਼ਾ ਡੇਰੇ 'ਚ ਹੀ ਰਹੀ ਹਾਂ ਔਰ ਵਧਾਈਆਂ ਹੀ ਲੈ ਕੇ ਆਂਦੀ ਰਹੀ ਹਾਂ। ਜਦੋਂ ਪਹਿਲੀ ਵਾਰ ਵਧਾਈ ਲਿੱਤੀ ਸੀ ਕੀ ਲੱਗਿਆ ਉਦੋਂ ਦਾ ਮਾਹੌਲ? ਪਹਿਲੀ ਵਾਰ ਵਧਾਈ ਲਿੱਤੀ ਸੀ ਉਦੋਂ ਤਾਂ ਮੈਨੂੰ ਇੰਨਾ ਨੱਚਣਾ ਗਾਣਾ ਨਹੀਂ ਆਉਂਦਾ ਸੀ, ਲੇਕਿਨ ਗੁਰੂ ਲੋਕ ਸੀਗੇ ਨਾਲ, ਉਹਨਾਂ ਨੇ ਨੱਚਣਾ ਗਾਣਾ ਮੈਂ ਉਹਨਾਂ ਨੂੰ ਦੇਖਦੀ ਹੁੰਦੀ ਸੀ, ਸਿੱਖਦੀ ਹੁੰਦੀ ਸੀ, ਗਾਣੇ ਉਹਨਾਂ ਦੇ ਨਾਲ ਗਾਉਂਦੀ ਹੁੰਦੀ ਸੀ, ਉਹਨਾਂ ਦੇ ਸਟੈਪ ਦੇਖਦੀ ਹੁੰਦੀ ਸੀ, ਇਹ ਕਿੱਦਾਂ ਨੱਚਦੇ ਆ, ਕੀ ਕਰਦੇ ਆ। ਧੀਰੇ ਧੀਰੇ ਕਰਕੇ ਨੱਚਣਾ ਵੀ ਆ ਗਿਆ, ਗਾਣਾ ਵੀ ਆ ਗਿਆ। ਫਿਰ ਮੈਂ ਇਕੱਲੀ ਵੀ ਵਧਾਈਆਂ ਲੈਣ ਲੱਗ ਗਈ। ਟਾਈਮ ਸਭ ਕੁਝ ਬੁਲਾ ਦਿੰਦਾ। ਤੁਹਾਡਾ ਪਰਿਵਾਰ ਕਿੰਨਾ ਵੱਡਾ ਸੀ ਜਦੋਂ ਜਿਹਨੂੰ ਤੁਸੀਂ ਛੱਡ ਕੇ ਆਏ ਸੀ? ਪਰਿਵਾਰ ਸਾਡਾ ਜੀ ਘੱਟੋ ਘੱਟ 18-19 ਮੈਂਬਰ ਸੀਗੇ। ਮੇਰੇ ਦਾਦਾ ਵੀ ਸੀ, ਦਾਦੀ ਵੀ ਸੀ, ਸਾਰੇ ਹੀ ਸੀਗੇ ਉਸ ਵੇਲੇ। ਚਾਚੇ ਤਾਇਆ ਤਾਂ ਕੋਈ ਨਹੀਂ ਹੈ, ਮੇਰੇ ਚਾਚੇ ਸੀਗੇ, ਭੈਣ ਭਰਾ ਸੀਗੇ, ਚਾਚੇ ਦੇ ਵੀ ਬੱਚੇ ਸੀਗੇ, ਭੂਆ ਸੀ। ਇੰਨਾ ਵੱਡਾ ਪਰਿਵਾਰ ਛੱਡਣਾ ਬਹੁਤ ਮੁਸ਼ਕਿਲ ਹੈ ਜੀ, ਲੇਕਿਨ ਇੱਕ ਮਜਬੂਰੀ ਹੈ ਬੰਦੇ ਦੀ ਕਿ ਅਗਰ ਸਮਾਜ ਐਕਸੈਪਟ ਕਰੇ ਇਸ ਚੀਜ਼ ਨੂੰ ਤਾਂ ਕੋਈ ਬੱਚੇ ਨੂੰ ਆਪਣਾ ਪਰਿਵਾਰ ਨਾ ਛੱਡਣਾ ਪਵੇ। ਲੇਕਿਨ ਜਦੋਂ ਸਮਾਜ ਐਕਸੈਪਟ ਹੀ ਨਹੀਂ ਕਰਦਾ ਇਸ ਚੀਜ਼ ਨੂੰ ਤਾਂ ਜਾਊਗਾ ਕਿੱਥੇ, ਕਰੂਗਾ ਕੀ? ਇਹ ਆਪਣੇ ਸਮਾਜ ਦੀ ਦਕਿਆ ਨੂੰ ਸੀ ਸੋਚ ਹੈ ਜਿਹੜੀ ਇਹ ਬੰਦੇ ਨੂੰ ਜਿੱਥੇ ਚਾਹੁੰਦੇ ਆ ਉੱਥੇ ਹੀ ਬਿਠਾ ਕੇ ਰੱਖਦੇ। ਮਾਂ ਪਿਓ ਰਾਜੀ ਸੀ ਇਸ ਗੱਲ ਤੁਹਾਨੂੰ ਭੇਜਣ 'ਚ? ਨਹੀਂ, ਰਾਜੀ ਕੌਣ ਮਾਂ ਪਿਓ ਹੁੰਦਾ ਹੈ? ਅਗਰ ਕੋਈ ਜਾਨਵਰ ਦਾ ਬੱਚਾ ਵੀ ਕਿਸੇ ਨੂੰ ਕੋਈ ਲੈ ਕੇ ਜਾਓ ਤੇ ਜਾਨਵਰ ਵੀ, ਕੁੱਤੇ ਦਾ ਬੱਚਾ ਚੱਕ ਕੇ ਦੇਖਦੇ ਆ, ਕੁੱਤਾ ਖਾਣ ਨੂੰ ਪੈਂਦਾ ਹੈ ਆਪਾਂ ਨੂੰ, ਤੇ ਮਾਂ ਪਿਓ ਕਿਉਂ ਰਾਜੀ ਹੋਣਗੇ? ਲੇਕਿਨ ਜਿਹੜਾ ਸਮਾਜ ਹੈ ਨਾ, ਸਮਾਜ ਦੀ ਜਿਹੜੀ ਸੋਚ ਹੈ, ਇਹਨੂੰ ਇੱਕ ਬੰਦਾ ਨਹੀਂ ਬਦਲ ਸਕਦਾ ਤੇ ਨਾ ਹੀ ਇੱਕ ਦੋ ਵਾਰ ਬਦਲ ਸਕਦਾ। ਇਹ ਸਦੀਆਂ ਪੁਰਾਣੀ ਪਰੰਪਰਾ ਹੈ, ਧੀਰੇ ਧੀਰੇ ਸਮਾਜ ਬਦਲਦਾ ਹੈ। ਕਿੰਨੇ ਸਾਲ ਤੱਕ ਆਪਣੇ ਮਾਂ ਪਿਓ ਨੂੰ ਨਹੀਂ ਮਿਲੇ ਤੁਸੀਂ? ਜਦੋਂ ਤੁਹਾਨੂੰ ਉਹ 13 ਸਾਲ ਦੀ ਉਮਰ 'ਚ ਤੁਹਾਨੂੰ ਉਹ ਲੈ ਗਏ ਤੇ ਤੁਸੀਂ ਡੇਰੇ 'ਚ ਚਲੇ ਗਏ, ਕਿੰਨੇ ਸਾਲ ਆਪਣੇ ਮਾਂ ਪਿਓ ਨੂੰ ਨਹੀਂ ਮਿਲੇ? ਮੈਂ 10 ਸਾਲ ਤੱਕ ਨਹੀਂ ਗਈ ਸੀ। 10 ਸਾਲ ਆਪਣੇ ਮਾਂ ਪਿਓ ਨੂੰ ਨਹੀਂ ਮਿਲੇ? 10 ਸਾਲ ਤੱਕ ਨਹੀਂ ਗਈ ਸੀ ਘਰੇ ਮੈਂ। ਉਹਦੇ ਬਾਅਦ ਗਈ ਸੀ, ਉਹ ਵੀ ਮੈਂ ਪੜ੍ਹਾਈ ਦਾ ਬਹਾਨਾ ਕਰਕੇ ਗਈ ਸੀ। ਜਦੋਂ ਮੈਂ 10ਵੀਂ, ਕੀ ਤੁਹਾਨੂੰ ਜਾਣ ਨਹੀਂ ਦਿੱਤਾ ਜਾਂਦਾ? ਨਹੀਂ ਜੀ, ਬਾਉਂਡ ਹੁੰਦਾ ਸੀ ਡੇਰਾ। 6 ਵਜੇ ਬੰਦ ਹੋ ਜਾਂਦੇ ਸਾਡੇ ਡੇਰਿਆਂ ਦੇ ਗੇਟ, ਸਵੇਰੇ 9 ਵਜੇ ਖੁੱਲ੍ਹਦੇ ਆ। ਤੇ ਕੀ ਡੇਰਾ ਜਿਹੜੇ ਗੁਰੂ ਸੀਗੇ ਉਹਨਾਂ ਦਾ ਕੀ ਆਦੇਸ਼ ਸੀਗਾ ਕਿ ਤੁਸੀਂ ਆਪਣੇ ਘਰਦਿਆਂ ਨੂੰ ਨਹੀਂ ਮਿਲੋਗੇ? ਨਹੀਂ, ਕਿਸੇ ਨੂੰ ਨਹੀਂ ਮਿਲਣਾ ਤੇ ਨਾ ਹੀ ਕੋਈ ਹੋਰ ਕੰਮ ਕਰਨਾ, ਸਿਰਫ ਨੱਚਣਾ ਗਾਣਾ, ਆਪਣੇ ਆਪ ਨੂੰ ਇੱਕ ਚੋਟੀ ਦਾ ਕਿੰਨਰ ਬਣਾ ਕੇ ਰੱਖੋ, ਜਿੱਦਾਂ ਕਿ ਤਾੜੀਆਂ ਮਾਰ ਕੇ ਬੋਲ ਚਾਲ ਦੇ ਵਿੱਚ। ਜਿੱਦਾਂ ਕਿ ਹੁਣ ਤਾਂ ਭਾਸ਼ਾ ਵੀ ਬੜੀ ਚੇਂਜ ਹੋ ਗਈ ਹੈ, ਉਸ ਵੇਲੇ ਤਾਂ ਭਾਸ਼ਾ ਹੀ ਬੜੀ ਗੰਦੀ ਸਿਖਾਈ ਸੀ ਉਹਨਾਂ ਨੇ ਕਿ ਇਹ ਭਾਸ਼ਾ ਯੂਜ਼ ਕਰੋਗੇ ਤਾਂ ਇੱਦਾਂ ਕੰਮ ਚੱਲੇਗਾ। 10 ਸਾਲ ਬਾਅਦ ਜਦੋਂ ਤੁਸੀਂ ਆਪਣੇ ਮਾਂ ਪਿਓ ਨੂੰ ਮਿਲੇ, ਕੀ ਸਿਚੁਏਸ਼ਨ ਸੀ ਉਦੋਂ ਤੁਹਾਡੀ? ਕੀ ਤੁਹਾਡੇ ਕੀ ਅੰਦਰੋਂ ਤੁਹਾਡੇ ਆਇਆ ਜਦੋਂ 10 ਸਾਲ ਬਾਅਦ ਤੁਸੀਂ ਆਪਣੇ ਮਾਂ ਪਿਓ ਨੂੰ ਮਿਲੇ? ਅੰਦਰੋਂ ਜੀ ਕੀ ਆਣਾ ਸੀ, ਬਸ ਰੋ ਕੇ ਬੁਰਾ ਹਾਲ ਹੋਇਆ ਸੀ। ਔਰ ਪਰ ਉਦੋਂ ਤੱਕ ਕਾਫੀ ਕੁਝ ਸੰਭਲ ਚੁੱਕੀ ਸੀ ਮੈਂ ਪੜ੍ਹਾਈ ਵੀ ਸ਼ੁਰੂ ਕਰ ਚੁੱਕੀ ਸੀ ਤੇ ਸੰਭਲ ਚੁੱਕੀ ਸੀ। ਉਦੋਂ ਤੱਕ ਮੈਂ 20-22 ਸਾਲ ਦੀ 23 ਸਾਲ ਦੀ ਹੋ ਗਈ ਸੀ ਤੇ ਮੈਂ ਆਪਣੇ ਆਪ ਨੂੰ ਸਮਝਣ ਲੱਗੀ ਸੀ ਕਿ ਵੀ ਤੇਰੀ ਲਾਈਫ ਇੱਥੇ ਹੀ ਹੈ। ਅਗਰ ਇਹਨਾਂ ਨਾਲ ਮਾਂ ਪਿਓ ਨਾਲ ਤੂੰ ਕਿੰਨਾ ਕੁ ਚਿਰ ਰਹੇਂਗੀ? ਆਖਿਰ ਭੈਣ ਭਰਾ ਵੀ ਵਿਆਹੇ ਜਾਣੇ, ਉਹਨਾਂ ਦੀ ਅਲੱਗ ਫੈਮਿਲੀ ਹੋ ਜਾਣੀ ਹੈ ਤੇ ਫਿਰ ਉਹ ਤਾਂ ਆਪਣੀ ਫੈਮਲੀਆਂ 'ਚ ਐਡਜਸਟ ਹੋ ਜਾਂਦੇ ਆ। ਮਾਂ ਪਿਓ ਕਿਸੇ ਦੇ ਕਿੰਨੀ ਕੁ ਦਿਨ ਨਾਲ ਚੱਲਦੇ ਆ। ਫਿਰ ਇੱਕ ਸਮਝੌਤਾ ਹੁੰਦਾ ਹੈ ਲਾਈਫ ਦਾ ਜਿਹੜਾ ਹਰ ਇਨਸਾਨ ਕਰਦਾ, ਉਹ ਮੈਂ ਵੀ ਕਰ ਲਿਆ ਸੀ। ਤੁਸੀਂ ਤੇ 13 ਸਾਲ ਦੀ ਉਮਰ 'ਚ ਹੀ ਸਮਝੌਤਾ ਕਰ ਲਿਆ ਸੀ? ਨਹੀਂ, 22-23 ਸਾਲ ਦੀ ਉਮਰ 'ਚ। 13 ਸਾਲ 'ਚ ਜਦੋਂ ਤੁਸੀਂ ਘਰ ਛੋੜਤਾ ਸੀਗਾ ਉਸ ਤੋਂ ਬਾਅਦ ਸਮਝੌਤਾ ਹੀ ਹੋ ਗਿਆ ਸੀ ਸ਼ੁਰੂ ਤੁਹਾਡਾ? ਉਹ ਸਮਝੌਤਾ ਹੀ ਗਿਆ ਸੀ, ਲੇਕਿਨ ਉਹਦੇ ਬਾਅਦ ਹੀ ਮੈਂ ਕਾਫੀ ਸਟਰਗਲ ਕੀਤਾ ਸੀ ਅੱਗੇ ਵਧਣ ਦਾ ਤੇ ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਆ। ਉਦੋਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਵਾਪਸ ਮਾਂ ਪਿਓ ਕੋਲ ਚਲੀ ਜਾਊਂਗੀ, ਲੇਕਿਨ ਨਹੀਂ ਜਾ ਪਾਈ ਸੀ ਮੈਂ। ਜਦੋਂ ਤੁਸੀਂ ਆਪਣਾ ਘਰ ਛੋੜਿਆ
ਤੇ ਕਦੀ ਤੁਹਾਡੇ ਪਰਿਵਾਰ ਵਾਲਿਆਂ ਨੇ ਤੁਹਾਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ? ਮਿਲਣ ਹੀ ਨਹੀਂ ਦਿੰਦੇ ਸੀ ਜੀ। ਕੋਈ ਪਰਿਵਾਰ ਵਾਲਾ ਪਿੱਛੇ ਨਹੀਂ ਆਂਦਾ, ਜੇ ਆ ਵੀ ਜਾਵੇ ਤਾਂ ਮਿਲਣ ਦਿੰਦੇ ਵੀ ਨਹੀਂ ਕਿਸੇ ਨੂੰ। ਇੱਕ ਦੋ ਵਾਰ ਤਾਂ ਭਲਾ ਹੀ ਸੰਯੋਗ ਨਾਲ ਕੋਈ ਮਿਲਾ ਦੇਵੇ, ਅਗਰ ਬੱਚਾ ਬਿਲਕੁਲ ਛੋਟਾ ਹੈ ਤਾਂ, ਲੇਕਿਨ 12-13 ਸਾਲ ਦੇ ਬੱਚੇ ਨੂੰ ਮਿਲਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਮਿਲੇ ਨਹੀਂ ਫਿਰ ਤੁਸੀਂ? ਜਦੋਂ ਵੀ ਉਹ ਆਉਂਦੇ ਸੀਗੇ ਤੁਸੀਂ ਮਿਲੇ ਨਹੀਂ ਉਹਨਾਂ ਨੂੰ? ਨਹੀਂ, ਆਏ ਵੀ ਨਹੀਂ ਕੋਈ। ਤੁਸੀਂ ਗਿਲਾ ਨਹੀਂ ਕੀਤਾ 10 ਸਾਲ ਬਾਅਦ ਜਾ ਕੇ ਕਿ ਤੁਸੀਂ ਮੈਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ? ਅਬ ਗਿੱਲੇ ਸ਼ਿਕਵੇ ਹੀ ਰਹਿ ਜਾਂਦੇ ਪਿੱਛੇ, ਉਹ ਰਹਿ ਕੇ ਜਾਂਦਾ। ਗਿਲਾ ਕਰਨ ਨਾਲ ਕੀ ਹੋਣਾ ਸੀ? ਵੀ ਜਦੋਂ ਜ਼ਿੰਦਗੀ ਦਾ ਸਮਝੌਤਾ ਹੀ ਹੋ ਗਿਆ ਕਿ ਆਪਾਂ ਰਹਿਣਾ ਹੀ ਇੱਥੇ ਹੀ ਹੈ ਤੇ ਆਪਣੀ ਲਾਈਫ ਹੀ ਇਹੀ ਹੈ, ਆਪਣਾ ਦਾਇਰਾ ਹੀ ਇੰਨਾ ਹੀ ਹੈ, ਤਾਂ ਫਿਰ ਉਹ ਗਿੱਲੇ ਸ਼ਿਕਵੇ ਚਾਹੇ ਕਿੰਨੇ ਹੀ ਕਰੋ। ਗਿੱਲੇ ਸ਼ਿਕਵੇ ਤਾਂ ਮੈਂ ਹਲੇ ਵੀ ਕਰਦੀ ਹਾਂ, ਹਲੇ ਵੀ ਮਾਂ ਪਿਓ ਨੂੰ ਕਹਿੰਦੀ ਹੈ ਮੈਂ ਇੱਦਾਂ ਦਾ ਕਿਉਂ ਹੈ, ਮੈਂ ਕੀ ਹੋ ਗਿਆ, ਕੀ ਇੱਦਾਂ ਮੈਨੂੰ ਮੇਰੀ ਕਿਸਮਤ ਇੱਦਾਂ ਕਿਵੇਂ ਲਿਖੀ, ਇਹ ਹੋ ਗਿਆ ਜੋ ਹੋ ਗਿਆ, ਹਲੇ ਵੀ ਗਿੱਲੇ ਸ਼ਿਕਵੇ ਤਾਂ ਚੱਲਦੇ ਹੈ। ਲੇਕਿਨ ਗਿੱਲੇ ਸ਼ਿਕਵੇ ਨਾਲ ਕੀ ਹੁੰਦਾ ਹੈ? ਜਿਹੜੀ ਹਕੀਕਤ ਹੈ, ਜਿਹੜਾ ਮੇਨ ਪੁਆਇੰਟ ਹੈ, ਉਹ ਤਾਂ ਅਲੱਗ ਹੀ ਹੈ ਨਾ, ਉਹਨੂੰ ਤਾਂ ਸਵੀਕਾਰ ਕਰਨਾ ਹੀ ਪੈਣਾ ਹੈ। ਤੁਸੀਂ ਦੱਸ ਰਹੇ ਹੋ ਕਿ 13 ਸਾਲ ਦੀ ਉਮਰ 'ਚ ਤੁਸੀਂ 6ਵੀਂ 'ਚ ਪੜ੍ਹਦੇ ਸੀਗੇ। ਹਾਂਜੀ। ਤੇ ਕਿੰਨੇ ਸਾਲ ਫਿਰ ਪੜ੍ਹਾਈ ਛੱਡੀ ਰੱਖੀ ਤੁਸੀਂ? ਮੈਂ 10 ਸਾਲ ਤੱਕ ਪੜ੍ਹਾਈ ਛੱਡ ਰੱਖੀ ਸੀ। ਮਤਲਬ ਕਿ 10 ਦੇ ਵੀ 12-13 ਸਾਲ ਹੋ ਗਏ ਸੀ ਪੜ੍ਹਾਈ ਛੱਡੀ ਨੂੰ ਮੇਰੀ ਨੂੰ। ਲੇਕਿਨ ਉਦੋਂ ਤੱਕ ਮੈਂ ਨੱਚ ਗਾ ਕੇ ਪੂਰੀ ਪਰਫੈਕਟ ਹੋ ਗਈ ਸੀ, ਮੈਂ ਵਧਾਈਆਂ ਵਧੂਈਆਂ ਲੈਣ ਲੱਗ ਗਈ ਸੀ। ਜਦ ਤੁਸੀਂ ਨੱਚਣ ਗਾਣ ਲੱਗ ਗਏ, ਵਧਾਈ ਲੈਣ ਲੱਗ ਗਏ, ਫਿਰ ਪੜ੍ਹਾਈ ਕਿੱਥੋਂ ਆ ਗਈ ਤੁਹਾਡੇ ਮਨ 'ਚ? ਫਿਰ ਮੈਂ ਤੁਹਾਨੂੰ ਦੱਸਿਆ ਸੀ ਨਾ ਉਹਨੇ ਥੋੜੀ ਦੇਰ ਪਹਿਲਾਂ ਕਿ ਮੇਰਾ ਛੋਟੀ ਹੁੰਦੀ ਦਾ ਸੁਪਨਾ ਸੀਗਾ ਮੈਂ ਪੜ੍ਹ ਲਿਖ ਕੇ ਡਾਕਟਰ ਬਣੂੰਗੀ। ਲੇਕਿਨ ਡਾਕਟਰ ਤਾਂ ਮੈਂ ਨਹੀਂ ਬਣ ਪਾਈ, ਬਟ ਮੈਂ ਹਮੇਸ਼ਾ ਹੀ ਮੈਨੂੰ ਇਹ ਚੀਜ਼ ਕਚੋਟਦੀ ਹੁੰਦੀ ਸੀ ਕਿ ਮੈਂ ਕੁਝ ਅਲੱਗ ਤੋਂ ਕਰਾਂ। ਮਤਲਬ ਨੱਚਣਾ ਗਾਣਾ ਹੀ ਇਹ ਮੇਰੀ ਲਾਈਫ ਦਾ ਮੇਨ ਉਦੇਸ਼ ਨਹੀਂ ਹੈਗਾ। ਨੰਬਰ 2 ਕਿ ਜਿਹੜੀ ਮੇਰੀ ਗੁਰੂ ਸੀ ਨਾ, ਉਹ ਹਮੇਸ਼ਾ ਹੀ ਮੈਂ ਕਹਿੰਦੀ ਹੁੰਦੀ ਸੀ ਨਾ, ਇਹ ਦੇਖ ਬੱਚੇ ਸਕੂਲ ਜਾ ਰਹੇ ਹੈ, ਆ ਬੰਦਾ ਪੜ੍ਹ ਲਿਖ ਕੇ ਕਿੱਦਾਂ ਦਾ ਹੈ, ਆਪਣੇ ਆਪ ਨੂੰ ਇਹਨੇ ਬਣਾਇਆ ਹੈ, ਇਹ ਬੰਦੇ ਦਾ ਸਟੈਂਡਰਡ ਦੇਖੋ ਕਿੱਦਾਂ ਦਾ ਹੈ, ਆਪਣਾ ਸਟੈਂਡਰਡ ਕਿੱਦਾਂ ਦਾ ਹੈ। ਮਤਲਬ ਇੱਦਾਂ ਦੇ ਕਈ ਕਾਮਨ ਚੀਜ਼ਾਂ ਸੀ ਜਿਹੜੇ ਮੇਰੇ ਦਿਮਾਗ 'ਚ ਆਉਂਦੀਆਂ ਹੁੰਦੀਆਂ ਸੀ। ਅਤੇ ਮੇਰੇ ਗੁਰੂ ਹਮੇਸ਼ਾ ਹੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਕਿਹੜਾ ਪੜ੍ਹ ਲਿਖ ਕੇ ਜੱਜ ਲੱਗ ਜਾਣਾ, ਤੂੰ ਤਾਂ ਨੱਚਣਾ ਗਾਣਾ ਹੀ ਹੈ, ਵਧਾਈ ਲੈਣੀ ਹੈ। ਲੇਕਿਨ ਉਹ ਗੱਲ ਮੈਨੂੰ ਨਾ ਬੜੀ ਪਿੰਚ ਹੁੰਦੀ ਸੀ। ਉਹ ਤੁਹਾਡੇ ਦਿਲ ਤੇ ਠੇਸ ਕਰ ਗਈ ਕਿ ਉਹਨਾਂ ਨੇ ਕਿਹਾ ਕਿ ਤੂੰ ਕਿਹੜਾ ਜੱਜ ਲੱਗ ਜਾਣਾ, ਜੱਜ ਲੱਗ ਜਾਣਾ। ਤੇ ਉਹ ਗੱਲ ਨਾ ਮੈਨੂੰ ਹਮੇਸ਼ਾ ਹੀ ਕਚੋਟਦੀ ਰਹਿੰਦੀ ਸੀ ਕਿ ਯਾਰ ਮੇਰੇ 'ਚ ਇੱਦਾਂ ਦੀ ਕੀ ਕਮੀ ਹੈ। ਬਸ ਕਮੀ ਤਾਂ ਇੰਨੀ ਹੈ ਕਿ ਮੈਂ ਬੱਚੇ ਨਹੀਂ ਪੈਦਾ ਕਰ ਸਕਦੀ। ਹੋਰ ਮੇਰੇ ਸਰੀਰ 'ਚ ਕੀ ਕਮੀ ਹੈ? ਮੇਰੇ ਹੱਥ ਵੀ ਹੈ, ਮੇਰੇ ਪੈਰ ਵੀ ਹੈ, ਮੇਰੀ ਜ਼ੁਬਾਨ ਵੀ ਚੱਲਦੀ ਹੈ, ਮੇਰਾ ਦਿਮਾਗ ਵੀ ਹੈ, ਤੇ ਮੈਂ ਈਵਨ ਕਿ 6ਵੀਂ ਕਲਾਸ ਤੱਕ ਪੜ੍ਹੀ ਹੋਈ ਵੀ ਹਾਂ। ਤੇ ਬਟ ਮੈਂ ਕਿਉਂ ਨਹੀਂ ਕਰ ਸਕਦੀ ਇਹ ਸਭ ਕੰਮ ਜਿਹੜੇ ਆਲ ਮੇਲ ਫੀਮੇਲ ਕਰਦੇ ਹੈ, ਤੇ ਮੈਂ ਵੀ ਕਰ ਸਕਦੀ ਹਾਂ ਇਹ ਕੰਮ ਅਗਰ ਮੈਂ ਕੋਸ਼ਿਸ਼ ਕਰਾਂ ਤਾਂ। ਅਗਰ ਮੈਨੂੰ ਇੱਦਾਂ ਦਾ ਇਨਵਾਇਰਮੈਂਟ ਦਿੱਤਾ ਜਾਵੇ ਤਾਂ। ਲੇਕਿਨ ਇਨਵਾਇਰਮੈਂਟ ਵੀ ਉਪਲਬਧ ਨਹੀਂ ਸੀਗਾ ਇੱਦਾਂ ਦਾ ਕਿ ਮੈਂ ਇਹ ਚੀਜ਼ਾਂ ਕਰਾਂ। ਲੇਕਿਨ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ, ਮੈਂ ਕਿਹਾ ਨਹੀਂ ਆਪਾਂ ਕਰਨਾ ਹੈ ਕੁਛ ਨਾ ਕੁਛ। ਕਿਹੜੇ ਬੰਦੇ ਸੀ ਜਿਹੜੇ ਤੁਹਾਡੀ ਸਪੋਰਟ 'ਚ ਆਏ ਕਿ ਤੂੰ ਕਰ ਤੇ ਅਸੀਂ ਤੇਰੇ ਨਾਲ? ਦੇਖੋ ਜੀ, ਪੜ੍ਹਾਈ ਦੇ ਟਾਈਮ ਤਾਂ ਮੇਰੀ ਸਪੋਰਟ 'ਚ ਕੋਈ ਬੰਦਾ ਨਹੀਂ ਆਇਆ ਸੀਗਾ। ਪੜ੍ਹਾਈ ਤਾਂ ਮੈਂ ਲੁਕ ਕੇ ਛਿਪ ਕੇ ਡੇਰੇ ਦਾ ਕੰਮ ਕਰਕੇ, ਸਾਰਾ ਘਰ ਦਾ ਕੰਮ ਕਰਕੇ, ਨੱਚ ਗਾ ਕੇ ਬਾਅਦ 'ਚ ਪੜ੍ਹਦੀ ਹੁੰਦੀ ਸੀ ਮੈਂ। ਪੜ੍ਹਾਈ ਬਾਰੇ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤੀ, ਨਾ ਹੀ ਮੈਨੂੰ ਕਿਸੇ ਨੇ ਮੋਟੀਵੇਟ ਕੀਤਾ ਪੜ੍ਹਾਈ ਬਾਰੇ ਕਿ ਤੂੰ ਅੱਗੇ ਪੜ੍ਹ, ਤੂੰ ਇਹ ਬਣ ਜਾਣਾ, ਤੂੰ ਜੋ ਬਣ ਜਾਣਾ। ਲੇਕਿਨ ਪੜ੍ਹਾਈ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ, ਅਤੇ ਮੈਂ 6ਵੀਂ ਕਲਾਸ ਤੱਕ ਅਗਰ ਮੇਰਾ ਪਿੱਛੇ ਦਾ ਬੈਕਗਰਾਊਂਡ ਦੇਖਿਆ ਜਾਵੇ ਤਾਂ ਮੈਂ ਹਰ ਸਾਲ ਫਸਟ ਆਉਂਦੀ ਰਹੀ ਹਾਂ ਸਕੂਲ ਦੇ ਵਿੱਚ। ਅਤੇ ਹਮੇਸ਼ਾ ਹੀ ਮੈਨੂੰ ਪੜ੍ਹਾਈ ਦਾ ਸ਼ੌਂਕ ਸੀ, ਪੜ੍ਹਨ ਦਾ ਹਮੇਸ਼ਾ ਹੀ ਸ਼ੌਂਕ ਸੀਗਾ। ਅਤੇ ਪੜ੍ਹਾਈ 'ਚ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤੀ। ਮੈਂ ਆਪਣੇ ਆਪ ਹੀ ਲੱਗਨ ਕਰਕੇ, ਆਪਣੇ ਆਪ ਹੀ ਸਟਰਗਲ ਕਰਕੇ, ਮੈਨੂੰ ਇੱਕ ਅਲੱਗ ਮਤਲਬ ਕਿ ਦਿਮਾਗ ਮੇਰਾ ਚਾਹੁੰਦਾ ਹੁੰਦਾ ਸੀ ਹਮੇਸ਼ਾ ਕਿ ਮੈਂ ਕੁਛ ਇਸ ਤਰ੍ਹਾਂ ਦਾ ਕਰਾਂ ਕਿ ਅੱਗੇ ਆਉਣ ਵਾਲੀ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਕੁਛ ਅਲੱਗ ਤਰ੍ਹਾਂ ਨਾਲ ਇਸ ਦੁਨੀਆ 'ਚ ਵਿਚਰੇ। ਅਤੇ ਅੱਜ ਮੈਂ ਸੋਚਦੀ ਹਾਂ ਕਿ ਅੱਜ ਹਰ ਸਟੇਟ ਦੇ ਵਿੱਚ ਕੋਈ ਨਾ ਕੋਈ ਕਮਿਊਨਿਟੀ ਲੀਡਰ ਹੈ, ਜਿੱਦਾਂ ਕਿ ਪੰਜਾਬ 'ਚ ਮੈਂ ਹੈਗੀ ਹਾਂ, ਅਤੇ ਕੰਮ ਚੱਲ ਰਿਹਾ ਜੀ। ਕਿੰਨੀ ਪੜ੍ਹਾਈ ਕੀਤੀ ਫਿਰ ਤੁਸੀਂ ਜਦੋਂ? ਮੈਂ ਜੀ, ਮੇਰਾ ਜਦੋਂ ਗੈਪ ਹੋਇਆ ਸੀ ਤਾਂ ਮੇਰਾ ਬਾਰ-ਬਾਰ ਗੈਪ ਹੋਇਆ ਸਟੱਡੀ ਦੇ ਵਿੱਚ, ਕੋਈ ਇੱਕ ਵਾਰੀ ਨਹੀਂ ਹੋਇਆ ਗੈਪ। ਮੈਂ 6ਵੀਂ ਤੋਂ ਬਾਅਦ ਮੈਂ 10-12 ਸਾਲ ਦੇ ਬਾਅਦ ਮੈਂ 10ਵੀਂ ਦੇ ਪੇਪਰ ਦਿੱਤੇ, ਅਤੇ ਮੈਂ ਕੁਦਰਤੀ ਪਾਸ ਹੋ ਗਈ। ਰੱਬ ਚਾਹੁੰਦਾ ਸੀ ਕਿ ਮੈਂ ਅੱਗੇ ਵਧਾਂ। ਫਿਰ ਮੇਰਾ 2 ਸਾਲ ਦਾ ਫਿਰ ਗੈਪ ਹੋ ਗਿਆ ਸੀ। ਫਿਰ ਮੈਂ +2 ਦੇ ਪੇਪਰ। 10ਵੀਂ ਕਿੱਥੋਂ ਕੀਤੀ ਤੁਸੀਂ ਫਿਰ? ਮੈਂ ਅਜਮੇਰ ਬੋਰਡ ਤੋਂ ਕੀਤੀ ਹੈ ਜੀ, ਰਾਜਸਥਾਨ ਤੋਂ। ਫਿਰ ਮੈਂ +2 ਦੇ ਪੇਪਰ ਦਿੱਤੇ, ਰੱਬ ਕਰਕੇ ਉਹ ਵੀ ਮੈਂ ਪਾਸ ਹੋ ਗਈ, ਉਹ ਵੀ ਅਜਮੇਰ ਬੋਰਡ ਤੋਂ ਹੀ ਕੀਤੀ ਹੈ। ਫਿਰ ਮੇਰਾ ਥੋੜ੍ਹਾ ਜਿਹਾ ਹੌਸਲਾ ਵੀ ਬਣ ਗਿਆ ਕਿ ਆਪਾਂ ਕੁਛ ਨਾ ਕੁਛ ਨਵਾਂ ਕਰ ਸਕਦੇ ਹਾਂ ਅਗਰ ਕਰੀਏ ਤਾਂ। ਅਤੇ ਫਿਰ ਮੈਂ BA ਦਾ ਫਾਰਮ ਭਰਤਾ।
ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਤੋਂ ਬੀਕਾਨੇਰ ਤੋਂ। ਹਾਲਾਂਕਿ BA ਮੇਰੀ 4 ਸਾਲਾਂ 'ਚ ਹੋਈ ਹੈ ਪੂਰੀ, ਵੈਸੇ BA 3 ਸਾਲਾਂ 'ਚ ਹੋ ਜਾਂਦੀ, ਮੇਰੀ 4 ਸਾਲਾਂ 'ਚ ਪੂਰੀ ਹੋਈ, ਕਿਉਂਕਿ ਫਸਟ ਈਅਰ ਜਦੋਂ ਮੈਂ ਕੀਤੀ ਸੀ ਉਸ ਵੇਲੇ ਮੈਨੂੰ ਮਤਲਬ ਵਧਾਈਆਂ ਬੁਧਾਈਆਂ ਦਾ ਕੰਮ ਸੀਗਾ, ਡੇਰੇ ਦਾ ਕੰਮ ਸੀ ਜ਼ਿਆਦਾਤਰ, ਘਰ ਦਾ ਕੰਮ ਸੀ ਜ਼ਿਆਦਾ, ਤੇ ਮੈਨੂੰ ਛੁੱਟੀ ਨਹੀਂ ਮਿਲੀ। ਮੈਂ ਸਿਰਫ ਕੰਪਲਸਰੀ ਪੇਪਰ ਦੇ ਪਾਈ ਸੀ, ਆਪਸ਼ਨਲ ਪੇਪਰ ਨਹੀਂ ਦੇ ਪਾਈ ਸੀ ਮੈਂ ਕੋਈ। ਤੇ ਫਿਰ ਮੈਂ ਦੂਸਰੇ ਸਾਲ ਫਿਰ ਫਾਰਮ ਭਰਿਆ, ਫਿਰ ਆਪਸ਼ਨਲ ਪੇਪਰ ਮੇਰੇ ਦੂਸਰੇ ਸਾਲ ਹੋਏ, ਤੇ ਮੇਰੇ BA ਦੀਆਂ 4 ਮਾਰਕਸ਼ੀਟਾਂ, ਈਵਨ ਕਿ 3 ਹੋਣੀਆਂ ਚਾਹੀਦੀਆਂ 3 ਸਾਲਾਂ ਦੀਆਂ। ਫਿਰ ਮੈਂ ਸੈਕਿੰਡ ਈਅਰ ਕੀਤੀ, ਫਿਰ ਮੈਂ ਫਾਈਨਲ ਕੀਤੀ, ਫਿਰ 1 ਸਾਲ ਦਾ ਗੈਪ ਹੋ ਗਿਆ ਵਿਚਾਲੇ ਮੇਰੇ। ਫਿਰ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ 'ਚ MA ਫਾਰਮ ਭਰਿਆ ਤੇ MA ਕੀਤੀ। MA ਕਰਨ ਦੇ ਬਾਅਦ ਮੈਂ ਆਪਣੇ ਆਪ ਨੂੰ ਥੋੜ੍ਹਾ ਸક્ષਮ ਸਮਝਣ ਲੱਗੀ ਸੀ, ਮੈਂ ਬੋਲਣ ਵੀ ਲੱਗੀ ਸੀ। ਮੈਂ ਅਗਰ ਕੋਈ ਜ਼ਿਆਦਾ ਗੱਲ-ਗੁਲ ਕਰਦਾ, ਕੋਈ ਕਿੰਨਰਾਂ ਬਾਰੇ ਕੁਛ ਕਹਿੰਦਾ, ਹਾਲਾਂਕਿ ਮੈਂ ਵਧਾਈ ਲੈਣ ਜਾਂਦੀ ਸੀ ਨਾ, ਤੇ ਉਦੋਂ ਵੀ ਉੱਥੇ ਵੀ ਕਈ ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ ਮੈਨੂੰ ਮਿਲਦੇ ਸੀ, ਜਿਵੇਂ ਕੋਈ ਲੋਇਰ ਹੋ ਗਿਆ, ਕੋਈ ਪੁਲਿਸ ਵਾਲਾ ਹੋ ਗਿਆ, ਉਹਨਾਂ ਦੇ ਘਰਾਂ 'ਚ ਖੁਸ਼ੀਆਂ ਆਉਂਦੀਆਂ, ਤੇ ਮੈਂ ਵੀ ਉਹਨਾਂ ਨੂੰ ਦੱਸਦੀ ਸੀ ਕਿ ਮੈਂ ਇੰਨਾ ਪੜ੍ਹੀ ਹੋਈ ਹਾਂ, ਤੇ ਉਹ ਬੜੇ ਖੁਸ਼ ਹੁੰਦੇ ਸੀ ਕਿ ਤੁਸੀਂ ਕੋਈ ਹੋਰ ਕੰਮ ਕਰੋ, ਅੱਗੇ ਜਾ ਕੇ ਕਰੋ, ਪਰ ਕਰਾਂ ਕਿੱਥੋਂ? ਅਗਰ ਕੋਈ ਕਿਸੇ ਨੂੰ ਬਾਂਹ ਫੜ ਕੇ ਲੈ ਕੇ ਚੱਲਣ ਵਾਲਾ ਹੋਵੇ ਨਾਲ ਤਾਂ ਆਪਾਂ ਚੱਲ ਸਕਦੇ ਹਾਂ ਨਾ। ਮੇਰਾ ਤਾਂ ਫੀਲਡ ਹੀ ਸਾਰਾ ਅਲੱਗ ਸੀਗਾ ਕਿ ਮੈਂ ਇਹ ਕੰਮ ਕਰ ਹੀ ਨਹੀਂ ਸਕਦੀ ਸੀ। ਫਿਰ ਮੈਂ 2012 'ਚ ਮਨਸਾ ਫਾਊਂਡੇਸ਼ਨ ਰਜਿਸਟਰਡ ਕਰਾਈ, ਜਿਹਦੇ 'ਚ ਮੈਂ LGBT ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਹਾਂ, ਮੈਂ ਉਹਦੀ ਪ੍ਰੈਜ਼ੀਡੈਂਟ ਹਾਂ। ਅਤੇ ਇਹਦੇ ਵਿੱਚ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਹਮਸਫਰ ਟਰਸਟ ਦੇ ਨਾਲ ਮਿਲ ਕੇ, ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਲੁਧਿਆਣਾ ਦੇ ਵਿੱਚ, ਗੁਰੂ ਨਾਨਕ ਭਵਨ ਦੇ ਵਿੱਚ। ਉਹਦੇ ਵਿੱਚ ਉਦੋਂ ਸੀਗੇ ਡਾਕਟਰ ਗੁਰਪ੍ਰੀਤ ਕੌਰ ਜੀ CGM ਅਤੇ ਗੁਰਵੀਰ ਸਿੰਘ ਜੀ ਸੈਸ਼ਨ ਜੱਜ ਸੀਗੇ ਉਦੋਂ, ਅਤੇ ਉਹਨਾਂ ਨੇ ਬੜਾ ਮੇਰਾ ਸਹਿਯੋਗ ਦਿੱਤਾ ਸੀ। ਉਹ ਪ੍ਰੋਗਰਾਮ ਸਾਡਾ ਇੰਨਾ ਸਕਸੈਸਫੁਲ ਹੋਇਆ ਸੀ, ਅਤੇ ਜਦੋਂ ਮੇਰਾ ਸਪੀਚ ਹੋਇਆ ਉੱਥੇ, ਮੈਂ ਸਟੇਜ 'ਤੇ ਬੋਲੀ, ਅਤੇ ਉਹਨਾਂ ਨੂੰ ਮਤਲਬ ਮੇਰੇ 'ਚ ਕੋਈ ਕਾਬਲੀਅਤ ਦਿਖੀ ਇੱਦਾਂ ਦੀ ਕਿ ਉਹਨਾਂ ਨੇ ਮੈਨੂੰ ਆਪ ਹੀ ਪੁੱਛਿਆ ਸੀ ਕਿ ਤੁਸੀਂ ਸਾਡੇ ਨਾਲ ਕੰਮ ਕਰਨਾ ਪਸੰਦ ਕਰੋਗੇ? ਮੈਂ ਕਿਹਾ ਹਾਂਜੀ, ਮੈਂ ਤਾਂ ਸੋਚਦੀ ਹਾਂ ਕਿ ਮੇਰੀ ਵੀ ਕੋਈ ਵਾਈਟ ਜੋਬ ਹੋਵੇ, ਜਿਹੜੀ ਮੈਂ ਬੈਗ ਚੱਕ ਕੇ ਜਾਵਾਂ 9 ਵਜੇ ਅਤੇ 5 ਵਜੇ ਘਰੇ ਆ ਜਾਵਾਂ। ਬਟ ਉਹ ਕਹਿੰਦੇ ਠੀਕ ਹੈ, ਅਸੀਂ ਸੋਚਦੇ ਹਾਂ। ਫਿਰ ਉਹਨਾਂ ਨੇ ਮੈਨੂੰ ਕਿੰਨਾ ਚੰਗਾ ਲੱਗਿਆ ਜਦੋਂ ਤੁਸੀਂ ਸਵੇਰੇ 9 ਵਜੇ ਜਦੋਂ ਤੁਸੀਂ ਬੈਗ ਚੱਕ ਕੇ ਪਹੁੰਚੇ ਤੇ 5 ਵਜੇ ਫਿਰ ਤੁਹਾਨੂੰ ਛੁੱਟੀ ਮਿਲੀ, ਕਿੱਦਾਂ ਦਾ ਮਹਿਸੂਸ ਹੋਇਆ? ਬਹੁਤ ਹੀ ਚੰਗਾ ਲੱਗਿਆ, ਅਤੇ ਹਾਲੇ ਤੱਕ ਵੀ ਉਹੀ ਮਾਹੌਲ ਹੈ। ਮਤਲਬ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਜੱਜ ਸਾਹਿਬ ਬਹਿੰਦੇ, 4 ਵਜੇ ਤੱਕ ਡਿਊਟੀ ਹੁੰਦੀ ਹੈ। ਆਪ ਦੀ ਮਰਜ਼ੀ ਨਾਲ ਜਾਂਦੇ ਹਾਂ, ਮਰਜ਼ੀ ਨਾਲ ਆਉਂਦੇ ਹਾਂ। ਈਵਨ ਕਿ ਡੇਰੇ ਦੇ ਵਿੱਚ ਤਾਂ ਮੈਂ ਰਾਤ ਨੂੰ 4 ਵਜੇ ਉੱਠਦੀ ਹੁੰਦੀ ਸੀ। 25 ਗਾਈਆਂ ਮੱਝਾਂ ਦੀ ਡੇਅਰੀ ਸੀ ਸਾਡੇ, ਅਤੇ ਮੈਂ ਉਹਨਾਂ ਦਾ ਸਾਰਿਆਂ ਦਾ ਦੁੱਧ ਮੈਂ ਹੀ ਚੋਂਦੀ ਹੁੰਦੀ ਸੀ। ਅਤੇ ਕਦੇ ਕੋਈ ਗਾਂ ਬਿਮਾਰ ਹੋ ਗਈ, ਕਦੇ ਕੋਈ ਮੱਝ ਬਿਮਾਰ ਹੋ ਗਈ, ਕਦੇ ਕੋਈ ਸੂਣ ਵਾਲੀ ਹੋ ਗਈ, ਕਦੇ ਕੁਛ ਹੋ ਗਿਆ, ਉਹ ਸਾਰਾ ਕੰਮ ਮੇਰੀ ਜ਼ਿੰਮੇਵਾਰੀ 'ਤੇ ਸੀਗਾ। ਅਤੇ ਹੁਣ ਤਾਂ ਰੱਬ ਦੀ ਦਇਆ ਨਾਲ ਬਹੁਤ MA ਕਰਨ ਤੋਂ ਬਾਅਦ ਫਿਰ ਤੁਸੀਂ ਕੀ ਉਸ ਤੋਂ ਬਾਅਦ ਕਿਹੜੀ ਪੜ੍ਹਾਈ ਕੀਤੀ, ਅਤੇ ਕਿਵੇਂ ਤੁਸੀਂ ਨੈਸ਼ਨਲ ਲੋਕ ਅਦਾਲਤ ਜੱਜ ਪੈਨਲ ਦੇ ਮੈਂਬਰ ਬਣੇ? MA ਕਰਨ ਤੋਂ ਬਾਅਦ ਮੈਂ ਫਾਊਂਡੇਸ਼ਨ ਰਜਿਸਟ੍ਰੇਸ਼ਨ ਕਰਾਈ ਸੀ ਨਾ, ਅਤੇ ਇਹਦੇ ਵਿੱਚ ਮੈਨੂੰ ਕਿਸੇ ਨੇ ਗਾਈਡ ਕੀਤਾ ਸੀ, ਕਿਉਂ ਮੈਨੂੰ ਇੰਨਾ ਨੌਲੇਜ ਨਹੀਂ ਸੀਗਾ, ਅਤੇ ਕਿਸੇ ਨੇ ਗਾਈਡ ਕੀਤਾ ਕਿ ਇਹਦੇ ਵਾਸਤੇ ਡਿਗਰੀ ਜ਼ਰੂਰੀ ਹੈ MSW ਦੀ। ਫਿਰ ਮੈਂ MA ਦੇ ਬਾਅਦ MSW ਦੀ ਡਿਗਰੀ ਕੀਤੀ ਫਾਊਂਡੇਸ਼ਨ ਰਜਿਸਟ੍ਰੇਸ਼ਨ ਕਰਾਉਣ ਵਾਸਤੇ। ਉਹ ਕੰਮ ਵੀ ਮੇਰਾ ਹੋ ਗਿਆ ਸੀ, ਫਾਊਂਡੇਸ਼ਨ ਮੈਂ ਰਜਿਸਟ੍ਰੇਸ਼ਨ ਕਰਵਾ ਲਈ, MSW ਡਿਗਰੀ ਵੀ ਕਰ ਲਈ। ਇਹਦੇ ਬਾਅਦ ਜਿਹੜਾ ਹਮਸਫਰ ਟਰਸਟ ਤੋਂ ਮੈਂ ਹੁਣ ਤੁਹਾਨੂੰ ਦੱਸਿਆ ਸੀ ਨਾ, ਜਿਹੜਾ ਪ੍ਰੋਗਰਾਮ ਕੀਤਾ ਸੀ, ਉਹ ਪ੍ਰੋਗਰਾਮ ਇੰਨਾ ਸਾਡਾ ਸਕਸੈਸਫੁਲ ਹੋਇਆ ਸੀ ਕਿ CGM ਅਤੇ ਸੈਸ਼ਨ ਜੱਜ ਸਾਹਿਬ ਨੇ ਖੁਦ ਮੈਨੂੰ ਅਪਰੋਚ ਕੀਤਾ ਸੀ ਕਿ ਤੁਸੀਂ ਸਾਡੇ ਨਾਲ ਕੰਮ ਕਰੋਗੇ ਕਿ, ਅਤੇ ਮੈਂ ਬੜੀ ਖੁਸ਼ ਹੋਈ ਸੀ ਉਸ ਦਿਨ ਕਿ ਮੇਰਾ ਕੁਛ ਨਾ ਕੁਛ ਲਕਸ਼ ਸਿੱਧ ਹੋ ਗਿਆ। ਅਤੇ ਮੈਂ ਮੇਰੀ ਗੁਰੂ ਨੂੰ ਵੀ ਬੁਲਾਇਆ ਸੀ, ਉਦੋਂ ਸਾਰੇ ਜੱਜ ਬੈਠੇ ਸੀ, DC ਸਾਹਿਬ ਬੈਠੇ ਸੀ, ਪੁਲਿਸ ਸੁਪਰੀਡੈਂਟ ਬੈਠੇ ਸੀ, ਸਾਰੇ ਸਟੇਜ 'ਤੇ ਬੈਠੇ ਸੀ, ਅਤੇ ਮੇਰੇ ਗੁਰੂ ਨੂੰ ਬੁਲਾ ਕੇ ਉਹਨਾਂ ਦੇ ਬਰਾਬਰ ਬਾਇਆ। ਅਤੇ ਮੈਂ ਮੇਰੇ ਗੁਰੂ ਨੂੰ ਕਿਹਾ ਵੀ ਸੀਗਾ, ਤੁਸੀਂ ਕਹਿੰਦੇ ਸੀ ਨਾ ਕਿ ਤੂੰ ਕਿਹੜਾ ਪੜ੍ਹ ਲਿਖ ਕੇ ਜੱਜ ਬਣ ਜਾਣਾ, ਮੈਂ ਜੱਜ ਨਹੀਂ ਬਣੀ, ਲੇਕਿਨ ਤੁਹਾਨੂੰ ਸੈਸ਼ਨ ਜੱਜ ਦੇ ਬਰਾਬਰ ਬਾਤਾ। ਮੈਂ ਕਿੱਦਾਂ ਦਾ ਲੱਗਿਆ ਉਹ ਪਹਿਲਾਂ ਦਿਨ? ਬੜਾ ਹੀ ਚੰਗਾ ਲੱਗਿਆ ਸੀ, ਅਤੇ ਉਹ ਮੋਟੀਵੇਸ਼ਨ ਉਹਨਾਂ ਦਾ ਨਾ CGM ਸਾਹਿਬ ਦਾ ਮੈਨੂੰ ਹਲੇ ਵੀ ਮਤਲਬ ਉਹਨਾਂ ਦਾ ਅੰਦਰੋਂ ਸ਼ਕਤੀ ਦਿੰਦਾ ਹੈ ਕਿ ਮੈਂ ਕੁਛ ਹੋਰ ਅਲੱਗ ਤੋਂ ਹੋਰ ਕਰਾਂ, ਮੈਂ ਕੁਛ ਅੱਗੇ ਹੋਰ ਵਧਾਂ। ਉਹਨਾਂ ਦਾ ਮੋਟੀਵੇਸ਼ਨ ਇੰਨਾ ਮਤਲਬ ਉਹ ਕਰਦੇ ਸੀ ਨਾ, ਹਲੇ ਵੀ ਉਹ ਮੇਰੇ ਇੱਕ ਫਰੈਂਡ ਦੇ ਤੌਰ 'ਤੇ ਮੈਨੂੰ ਕਈ ਵਾਰ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਕੋਈ ਕੰਮ ਹੁੰਦਾ ਤਾਂ ਮੈਂ ਉਹਨਾਂ ਨੂੰ ਫ਼ੋਨ ਕਰਦੀ ਹਾਂ, ਤਾਂ ਮੇਰਾ ਫ਼ੋਨ ਉਠਾਉਂਦੇ ਆ ਅਤੇ ਮੈਨੂੰ ਅੱਗੇ ਗਾਈਡ ਕਰਦੇ ਕਿ ਮੋਹਿਨੀ ਤੂੰ ਇੱਦਾਂ ਨਹੀਂ, ਤੂੰ ਇੱਦਾਂ ਕਰਕੇ, ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੋਹਨੀ ਜੀ, ਜਦੋਂ ਤੁਸੀਂ ਗੁਰੂ ਜੀ ਨੂੰ ਇਹ ਦੱਸਿਆ ਕਿ ਤੁਸੀਂ ਮੈਨੂੰ ਕਹਿੰਦੇ ਤੂੰ ਕਿਹੜਾ ਜੱਜ ਲੱਗ ਜਾਣਾ ਹੈ, ਅਤੇ ਜਦੋਂ ਤੁਸੀਂ ਦੱਸਿਆ ਹੁਣ ਤਾਂ ਮੈਂ ਜੱਜ ਦੇ ਪੈਨਲ 'ਚ ਮੈਂਬਰ ਬਣ ਗਈ ਹਾਂ, ਕੀ ਉਹਨਾਂ ਦਾ ਪਹਿਲਾ ਸ਼ਬਦ ਸੀ?
ਦੇਖੋ ਜੀ, ਉਹਨਾਂ ਦਾ ਸ਼ਬਦ ਤਾਂ ਜੋ ਕੋਈ ਸੀ, ਚਿਹਰੇ ਤੇ ਮੁਸਕਰਾਹਟ ਸੀ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਮੁਸਕਰਾਹਟ ਚੰਗੀ ਸੀ ਉਹ, ਕਿਉਂਕਿ ਹਰ ਮਾਂ-ਬਾਪ ਨੂੰ ਆਪਣੀ ਔਲਾਦ ਤੋਂ ਐਕਸੈਪਟੈਂਸ਼ਨ ਹੁੰਦੀ ਹੈ ਕਿ ਸਾਨੂੰ ਬੁਢਾਪੇ 'ਚ ਕਮਾ ਕੇ ਖੁਆਏਗਾ। ਅਗਰ ਔਲਾਦ ਚਲੀ ਜਾਵੇ ਤਾਂ ਮਾਂ-ਬਾਪ ਇਕੱਲੇ ਹੋ ਜਾਂਦੇ। ਉਹੀ ਸਿਸਟਮ ਡੇਰੇ ਦਾ ਹੁੰਦਾ ਹੈ ਸਾਡਾ। ਅਤੇ ਮੈਨੂੰ ਲੱਗਦਾ ਹੈ ਕਿ ਮਲਾਲ ਤਾਂ ਉਹਨਾਂ ਨੂੰ ਹੋਣਾ, ਬਟ ਜੋ ਸੀ ਉਹ ਉਸ ਵੇਲੇ ਤਸਵੀਰਾਂ 'ਚ ਕੈਦ ਹੈ। ਤੇ ਜਦੋਂ ਹੁਣ ਤੁਸੀਂ ਨੈਸ਼ਨਲ ਲੋਕ ਅਦਾਲਤ ਦੇ ਜੱਜ ਪੈਨਲ ਦੇ ਮੈਂਬਰ ਹੋ, ਕੀ ਕਰ ਰਹੇ ਹੋ ਹੁਣ ਤੁਸੀਂ ਆਪਣੀ ਕਮਿਊਨਿਟੀ ਲਈ? ਮੈਂ ਆਪਣੀ ਕਮਿਊਨਿਟੀ, ਸਾਡੀ ਕਮਿਊਨਿਟੀ ਦੇ ਜੀ ਇੱਕ ਤਾਂ ਨਾ ID ਪ੍ਰੂਫ ਨਹੀਂ ਹੁੰਦੇ, ਅਤੇ ਜਿਹੜੇ ਡਾਕਟਰ ਰਾਜੂ ਹੈ ਆਪਣੇ ਚੀਫ ਚੁਣਾਵ ਆਯੁਕਤ ਇੱਥੇ 17 ਸੈਕਟਰ ਬੈਠਦੇ ਆ, ਉਹਨਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਤੁਸੀਂ ਆਪਣੇ ਆਪ ਸੈਲਫ ਆਈਡੈਂਟੀਫਾਈ ਕਰੋ ਅਤੇ ਵੋਟਰ ਕਾਰਡ ਬਣਾਓ, ਵੋਟਰ ਕਾਰਡ ਨਾਲ ਲਾ ਕੇ ਆਧਾਰ ਕਾਰਡ ਬਣਾਓ, ਆਧਾਰ ਕਾਰਡ ਬਣਨ ਦੇ ਬਾਅਦ ਤੁਸੀਂ ਬੈਂਕਾਂ 'ਚ ਖਾਤੇ ਖੁਲਾਓ, ਗੌਰਮੈਂਟ ਦੀਆਂ ਜਿੰਨੀਆਂ ਸਕੀਮਾਂ ਤੁਸੀਂ ਉਹਨਾਂ ਦੇ ਵਿਜ਼ੀਬਲ ਹੋ ਸਕਦੇ ਹੋ ਲੈਣ ਵਾਸਤੇ। ਅਤੇ ਇੱਕ ਤਾਂ ਮੈਂ ਸੋਸ਼ਲ ਇੰਟਾਈਟਲਮੈਂਟ ਦਾ ਕੰਮ ਕਰਦੀ ਹਾਂ ਆਪਣੀ ਕਮਿਊਨਿਟੀ। ਕਿ ਪਹਿਲੇ ਤੁਹਾਡੇ ਕੋਲ ਆਧਾਰ ਕਾਰਡ ਵੀ ਨਹੀਂ ਹੁੰਦਾ ਸੀ? ਕੁਛ ਵੀ ਨਹੀਂ ਹੁੰਦਾ ਸੀ। 2014 ਤੋਂ ਪਹਿਲਾਂ ਟਰਾਂਸਜੈਂਡਰ ਹੀ ਨਹੀਂ ਹੁੰਦਾ ਸੀ। 2014 ਦਾ ਨਾਲਸਾ ਜਜਮੈਂਟ ਆਇਆ, ਉਹ ਤੋਂ ਪਹਿਲਾਂ ਮੇਲ ਫੀਮੇਲ ਦੋ ਹੀ ਕੈਟੇਗਰੀ ਸੀ, ਟਰਾਂਸਜੈਂਡਰ ਜਾਂ ਥਰਡ ਅਦਰ ਕੁਛ। ਉਦੋਂ ਕਦੀ ਵੋਟ ਪਾਉਣ ਦਾ ਦਿਲ ਕੀਤਾ ਹੋਵੇ ਤੇ? ਬਸ ਉਦੋਂ ਦਿਲ ਤਾਂ ਬਹੁਤ ਚੀਜ਼ਾਂ ਨੂੰ ਕਰਦਾ ਸੀ, ਪਰ ਹੁਣ ਇਹ ਤਾਂ ਥੋੜ੍ਹੀ ਉਹ ਬਾਊਂਡੇਸ਼ਨਾਂ ਸੀਗੀਆਂ, ਉਹਨਾਂ ਦੇ ਵਿੱਚ ਹੀ ਬੰਦੇ ਨੂੰ ਰਹਿਣਾ ਪੈਂਦਾ ਹੈ ਨਾ, ਜਿੱਦਾਂ ਦਾ ਦੇਸ਼ ਉੱਦਾਂ ਦਾ ਭੇਸ, ਉੱਦਾਂ ਹੀ ਰਹਿਣਾ ਪੈਂਦਾ। ਅਤੇ ਫਿਰ ਮੈਂ ਬਹੁਤ ਸਾਰੇ ਲੋਕਾਂ ਦਾ, ਮੈਂ ਹੁਣ 900 ਲੋਕਾਂ ਦੇ ਵੋਟਰ ID ਕਾਰਡ ਲੁਧਿਆਣੇ 'ਚ ਬਣਵਾ ਚੁੱਕੀ ਹਾਂ, ਅਤੇ ਉਹਦੇ ਵਿੱਚੋਂ 727 ਲੋਕਾਂ ਨੇ ਐਤਕੀ ਵੋਟ ਵੀ ਪਾਏ ਹੈ। ਆਮ ਆਦਮੀ ਪਾਰਟੀ ਦਾ ਇਹ ਚੁਣਾਵ ਜਦੋਂ ਆਇਆ ਸੀ, ਇਹ ਵੋਟ ਵੀ ਪਾਏ ਹੈ ਇਹਨੂੰ। ਅਤੇ ਕੀ ਮਹਿਸੂਸ ਕਰਦੇ ਹੋ ਆਪਣੀ ਪੂਰੀ ਲਾਈਫ ਜਿਹੜੀ 13 ਸਾਲ ਤੋਂ ਜਿਹੜੀ ਸ਼ੁਰੂ ਹੋਈ ਹੈ ਸਟਰਗਲ ਲਾਈਫ, ਅਤੇ ਹੁਣ ਜਿਹੜੀ ਜਗ੍ਹਾ 'ਤੇ ਤੁਸੀਂ ਪਹੁੰਚੇ ਹੋ, ਕੀ ਮਹਿਸੂਸ ਕਰਦੇ ਹੋ? ਇਹ ਤਾਂ ਜੀ ਰਾਤ ਦਿਨ ਦਾ ਫਰਕ ਹੈ। ਉਹ ਰਾਤ ਸੀ, ਹੁਣ ਦਿਨ ਹੈ। ਪੂਰਾ ਫਰਕ ਹੈ ਕਿ ਉਹ ਲਾਈਫ ਆਪਣੇ ਲਾਇਕ ਨਹੀਂ ਸੀ। ਉਹ ਆਪਣੇ ਲਾਇਕ ਨਹੀਂ, ਮਤਲਬ ਉਹ ਲਾਈਫ ਕਿਸੇ ਦੇ ਲਾਇਕ ਵੀ ਨਹੀਂ ਸੀਗੀ। ਉਹ ਲਾਈਫ ਤੋਂ ਬੜੀ ਉਹ ਹੈਗੀ ਕਿ ਮਤਲਬ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਅਗਰ ਜ਼ਿਆਦਾ ਸ਼ਬਦ ਆਪਾਂ ਬੋਲਦੇ ਹਾਂ ਨਾ ਤਾਂ ਫਿਰ ਬਹੁਤ ਗਲਤ ਮਤਲਬ ਨਿਕਲਦਾ ਉਸ ਚੀਜ਼ ਦਾ। ਤੁਸੀਂ ਉਹ ਕੀ ਸੰਦੇਸ਼ ਦੇਣਾ ਚਾਹੋਗੇ ਜਿਨ੍ਹਾਂ ਦੇ ਘਰ ਇੱਦਾਂ ਦਾ ਕੋਈ ਬੱਚਾ ਪੈਦਾ ਹੋ ਜਾਂਦਾ ਹੈ ਅਤੇ ਜਦੋਂ ਉਹ ਸਮਾਜ ਨਹੀਂ ਸੰਭਾਲਦਾ ਉਹਨਾਂ ਨੂੰ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਹਾਂ, ਦੇਖੋ 2014 ਤੋਂ ਪਹਿਲਾਂ ਤਾਂ ਕੋਈ ਇੱਦਾਂ ਦੀ ਮਤਲਬ ਕਾਨੂੰਨ ਨਹੀਂ ਸੀਗਾ ਕਿ ਇੱਦਾਂ ਦਾ ਕੋਈ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਹਨੂੰ ਕਿੰਨਰ ਕਮਿਊਨਿਟੀ ਦੇ ਨਾਲ ਮਿਲਾਣਾ ਹੀ ਮਿਲਾਣਾ ਹੈ। ਬਟ ਹੁਣ 2014 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਨਾਲਸਾ ਜਜਮੈਂਟ ਹੈ, ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ, ਅਗਰ ਇੱਦਾਂ ਦਾ ਕੋਈ ਬੱਚਾ ਪੈਦਾ ਹੁੰਦਾ ਤਾਂ ਮਾਂ-ਬਾਪ ਅਗਰ ਚਾਹਵੇ ਆਪਣੇ ਪਾਸ ਰੱਖਣਾ ਹੈ, ਉਹਨੂੰ ਪੜ੍ਹਾਉਣਾ ਲਿਖਾਉਣਾ ਹੈ, ਉਹਨੂੰ ਸਟੇਬਲ ਕਰਨਾ ਹੈ, ਆਪਣੀ ਪੈਰਾਂ 'ਤੇ ਖੜਾ ਕਰਨਾ ਉਹਨੂੰ, ਤਾਂ ਉਹ ਕਰ ਸਕਦੇ ਹੈ। ਹੁਣ ਜ਼ਰੂਰੀ ਨਹੀਂ ਹੈ ਕਿ ਕਿੰਨਰ ਕਮਿਊਨਿਟੀ ਦਾ ਬੱਚਾ ਹੈ ਤਾਂ ਉਹ ਕਿੰਨਰ ਕਮਿਊਨਿਟੀ ਦੇ ਵਿੱਚ ਹੀ ਜਾਊਗਾ, ਇਹ ਜ਼ਰੂਰੀ ਨਹੀਂ ਹੈ ਹੁਣ। ਅਤੇ ਮੈਂ ਤਾਂ ਕਹਿੰਦੀ ਹਾਂ ਸੁਪਰੀਮ ਕੋਰਟ ਦਾ ਬਹੁਤ ਵੱਡਾ ਅਹਿਸਾਨ ਹੈ ਇਸ ਕਮਿਊਨਿਟੀ 'ਤੇ ਕਿ ਉਹਨੇ ਕਈ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਸੀ ਉਹਨਾਂ ਨੂੰ ਸੰਭਾਲ ਦਿੱਤਾ। ਸਭ ਤੋਂ ਵੱਡਾ ਸਵਾਲ ਤੁਹਾਡੇ ਨਾਲ, ਸਮਾਜ ਤੁਸੀਂ ਦੁਆਵਾਂ ਬਹੁਤ ਦਿੱਤੀਆਂ ਨੇ, ਕਦੀ ਤੁਹਾਨੂੰ ਦੁਆ ਮਿਲੀ ਹੈ? ਦੁਆ ਮਿਲੀ ਹੈ ਜੀ, ਤਾਂ ਹੀ ਆਪਾਂ ਅੱਜ ਦੇ ਇਸ ਮੁਕਾਮ 'ਤੇ ਖੜ੍ਹੇ ਹਾਂ। ਕਿਸੇ ਨੇ ਤਾਂ ਸਾਡੇ ਤੁਹਾਡੇ ਘਰ ਕਦੀ ਖੁਸ਼ੀ ਇੱਦਾਂ, ਕਦੀ ਤੁਹਾਡੇ ਘਰ ਕਦੀ ਕੋਈ ਮੰਗਣ ਆਇਆ ਦੁਆਵਾਂ? ਨਹੀਂ, ਸਾਡੇ ਘਰ ਤਾਂ ਕਿਹਨੇ ਆਉਣਾ ਸੀ, ਅਸੀਂ ਤਾਂ ਆਪ ਹੀ ਮੰਗਣ ਜਾਂਦੇ ਹਾਂ ਲੋਕਾਂ ਦੇ ਘਰੇ। ਬਟ ਮੈਂ ਬੱਚਾ ਗੋਦ ਲਿੱਤਾ ਸੀ ਤਾਂ ਮੈਨੂੰ ਉਹ ਦਿਨ ਕਾਫੀ ਯਾਦ ਹੈ। ਮੇਰੇ ਭਰਾ ਦਾ ਬੱਚਾ ਲਿੱਤਾ ਸੀ ਮੈਂ, ਅਤੇ ਬੱਚਾ ਵੀ ਆਪ ਦੇ ਪੈਰਾਂ 'ਤੇ ਖੜ੍ਹਾ ਹੈ ਅੱਜ। ਦੱਸੋਗੇ ਕਿੱਦਾਂ, ਕੀ ਬੱਚਾ ਜਦੋਂ ਲਿੱਤਾ ਸੀਗਾ, ਗੋਦ ਲਿੱਤਾ ਸੀਗਾ, ਅਤੇ ਉਹ ਦਿਨ ਅਤੇ ਤੁਸੀਂ ਉਸ ਲਈ ਕੀ ਕੀਤਾ? ਉਸ ਦਿਨ ਬੜਾ ਹੀ ਖੁਸ਼ੀ ਭਰਿਆ ਦਿਨ ਸੀਗਾ। ਅਸੀਂ ਬਹੁਤ ਵੱਡਾ ਫੰਕਸ਼ਨ ਕੀਤਾ ਸੀਗਾ ਅਤੇ ਬੱਚੇ ਨੂੰ ਪੜ੍ਹਾਇਆ ਲਿਖਾਇਆ। ਜ਼ਿੰਦਗੀ 'ਚ ਪਹਿਲੀ ਵਾਰ ਤੁਹਾਨੂੰ ਉਸ ਦਿਨ ਫਿਰ ਦੁਆਵਾਂ ਮਿਲੀਆਂ? ਦੁਆ ਮਿਲੀਆਂ, ਮਤਲਬ ਗਰਵ ਮਹਿਸੂਸ ਹੋਇਆ ਕਿ ਕੋਈ ਤਾਂ ਹੈ ਜਿਹੜਾ ਆਪਣੇ ਬਾਰੇ ਸੋਚਦਾ ਹੈ ਇੰਨਾ ਕਿ ਆਪਾਂ ਵੀ ਇਸ ਕਾਬਿਲ ਹੈਗੇ ਹਾਂ ਕਿ ਆਪਾਂ ਇੱਕ ਬੱਚੇ ਦੀ ਪਰਵਰਿਸ਼ ਕਰ ਸਕਦੇ ਹਾਂ। ਅਤੇ ਬੱਚੇ ਨੂੰ ਪੜ੍ਹਾਇਆ ਲਿਖਾਇਆ, ਪੜ੍ਹਾ ਲਿਖਾ ਕੇ ਉਹਨੂੰ ਸੌਫਟਵੇਅਰ ਇੰਜੀਨੀਅਰ ਬਣਾਇਆ, ਜੋ ਪੜ੍ਹਦਾ ਪਿਆ, ਹਲੇ ਕੈਨੇਡਾ 'ਚ ਰਹਿੰਦਾ ਪਿਆ ਹੈ, ਅਤੇ ਅੱਗੇ ਰੱਬ ਦੀ ਦੁਆਵਾਂ ਨਾਲ ਕਾਮਯਾਬ ਹੋ ਕੇ ਹੀ ਆਏਗਾ, ਕੁਛ ਨਾ ਕੁਛ ਬਣ ਕੇ ਹੀ ਨਿਕਲੇਗਾ। ਅਤੇ ਇਹ ਦੁਆਵਾਂ ਹੀ ਹੈ ਲੋਕਾਂ ਦੀਆਂ ਜਿਹੜਾ ਕਿ ਇੰਨਾ ਕੁਛ ਮਿਲਿਆ।
ਬਿਨਾਂ ਦੁਆਵਾਂ ਤਾਂ ਕੁਝ ਹੁੰਦਾ ਨਹੀਂ। ਬੰਦਾ ਮਿਹਨਤ ਕਰਦਾ ਹੈ ਜ਼ਰੂਰ ਆਪਣੇ ਰਸਤੇ ਖੋਲ੍ਹਣ ਵਾਸਤੇ, ਲੇਕਿਨ ਨਾਲ ਨਾਲ ਕਿਸੇ ਦੀਆਂ ਦੁਆਵਾਂ ਹੁੰਦੀਆਂ ਜਿਹੜੀਆਂ ਕਿ ਬੰਦੇ ਨੂੰ ਅੱਗੇ ਤੱਕ ਨਾਲ ਚੱਲਦੀਆਂ। ਅਤੇ ਮੇਰੇ ਨਾਲ ਵੀ ਸ਼ਾਇਦ ਕਿਸੇ ਦੀਆਂ ਦੁਆਵਾਂ ਹੈਗੀਆਂ ਕਿ ਅੱਜ ਮੈਂ ਇੱਕ ਮਾਂ ਜਾਂ ਬਾਪ ਜੋ ਵੀ ਕਹਿਲਾਣੇ ਦੇ ਲਾਇਕ ਹਾਂ। ਅਤੇ 23 ਸਾਲ ਦਾ ਮੁੰਡਾ ਹੋ ਗਿਆ ਮੇਰਾ, ਜਿਹੜਾ ਅੱਜ ਕੈਨੇਡਾ ਰਹਿ ਰਿਹਾ। ਇਹ ਸਨ ਮਹੰਤ ਮੋਹਨੀ ਜੀ, ਜਿਨ੍ਹਾਂ ਨੇ ਆਪਣੇ ਪੂਰੇ ਸਫ਼ਰ ਦੇ ਬਾਰੇ ਤੁਹਾਨੂੰ ਦੱਸਿਆ ਤੇ ਦੱਸਿਆ ਕਿ ਕੋਈ ਵੀ ਐਸਾ ਸਮੇਂ ਨਹੀਂ ਹੁੰਦਾ ਜਿਹੜਾ ਤੁਹਾਨੂੰ ਹਰਾ ਸਕੇ। ਜੇ ਤੁਹਾਡੇ 'ਚ ਜਜ਼ਬਾ ਹੈ, ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਮੁਕਾਮ ਤੇ ਪਹੁੰਚ ਜਾਓਗੇ। ਇਹ ਸੀ ਉਹਨਾਂ ਦਾ ਅੱਜ ਸੰਦੇਸ਼। ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਸਤਿ ਸ੍ਰੀ ਅਕਾਲ।